ਆਪਣੀ ਹੈਲਥ ਕੇਅਰ ਸਪੈਂਡਿੰਗ ਪਰ ਕੈਪੀਟਾ ਤੇ GDP ਦੇ ਹਿਸਾਬ ਨਾਲ ਐਟ ਪਾਰ ਹੈ ਬਾਕੀ G7 ਨੇਸ਼ਨਸ। ਬਹੁਤ ਸ਼ਰਮਨਾਕ ਗੱਲ ਹੈ ਕਿ ਆਪਾਂ ਇੱਕ ਫਸਟ ਵਰਲਡ ਕੰਟਰੀ 'ਚ ਡਿਵੈਲਪਡ ਨੇਸ਼ਨ 'ਚ ਅਤੇ ਉੱਥੇ ਕੋਈ ਵੀ ਇਸ ਚੀਜ਼ ਨੂੰ ਐਫਰਟ ਲੈਣ ਨੂੰ ਤਿਆਰ ਨਹੀਂ ਹੈ ਕਿ ਅਸੀਂ ਇਹ ਫੰਡਿੰਗ ਨੂੰ ਕਿਸ ਤਰ੍ਹਾਂ ਜੁਡੀਸ਼ਲੀ ਯੂਜ਼ ਕਰਨਾ। ਆਪਣੇ ਕੋਲ ਸਿਰਫ 17 ਮੈਡੀਕਲ ਸਕੂਲਸ ਨੇ ਪੂਰੇ ਕੈਨੇਡਾ 'ਚ ਐਂਡ ਆਪਣੀ ਪਾਪੂਲੇਸ਼ਨ ਇੰਨੀ ਜ਼ਿਆਦਾ ਗਰੋ ਕਰ ਰਹੀ ਆ। ਆਪਣੇ ਹੋਮ ਗਰੋਨ ਸਟੂਡੈਂਟਸ ਜੋ ਕਿ ਅੰਡਰ ਗ੍ਰੈਜੂਏਸ਼ਨ ਇੱਥੇ ਕਰਕੇ, ਇੱਥੇ ਟੈਕਸਿਸ ਭਰ ਕੇ, ਇੱਥੇ ਟਿਊਸ਼ਨਸ ਦੇ ਕੇ ਕਰੀਬੀਅਨ 'ਚ ਜਾਂਦੇ ਨੇ, ਆਸਟ੍ਰੇਲੀਆ ਜਾਂਦੇ ਨੇ ਜਾਂ ਯੂਰਪ 'ਚ ਜਾਂਦੇ ਨੇ ਮੈਡੀਕਲ ਪੜ੍ਹਨ, ਫਿਰ ਉਹਨਾਂ ਨੂੰ ਐਂਟਰੀ ਨਹੀਂ ਮਿਲਦੀ ਵਾਪਸ ਕੈਨੇਡਾ 'ਚ। ਹੁਣ ਅਸੀਂ ਗੱਲਬਾਤ ਕਰਾਂਗੇ ਸਾਡਾ ਜਿਹੜਾ ਬਹੁਤ ਹੀ ਇੰਪੋਰਟੈਂਟ ਇਹ ਇਸ਼ੂ ਹੈ, ਵੱਡਾ ਇਸ਼ੂ ਹੈ। ਅਤੇ ਕਈ ਸਾਡੇ ਇਸ਼ੂ ਇਹੋ ਜਿਹੇ ਨੇ ਕਿ ਉਹ ਇੰਨੀ ਦੇਰ ਦੇ ਫਸੇ ਹੋਏ ਨੇ, ਇੰਨੀ ਦੇਰ ਦੇ ਉਹਨਾਂ ਬਾਰੇ ਗੱਲਬਾਤ ਹੋ ਰਹੀ ਹੈ ਕਿ ਹੌਲੀ ਅਸੀਂ ਫਰਸਟਰੇਟ ਹੋ ਕੇ ਉਹਨਾਂ ਬਾਰੇ ਗੱਲਬਾਤ ਵੀ ਕਰਨੀ ਬੰਦ ਕਰ ਦਿੰਦੇ ਹਾਂ। ਜਿਵੇਂ ਅਸੀਂ ਆਟੋ ਇੰਸ਼ੋਰੈਂਸ ਦੀ ਗੱਲ ਹੈ, ਉਹ ਇੰਨੇ ਸਾਲ ਹੋ ਗਏ ਅਤੇ ਹੁਣ ਇੰਨਾ ਸਿਨਿਸਿਜ਼ਮ ਪੈਦਾ ਹੋ ਚੁੱਕਿਆ ਕਿ ਹਰ ਕੋਈ ਕਿਸੇ ਨੂੰ ਲੱਗਦਾ ਕਿ ਇਹਦਾ ਕੋਈ ਹੱਲ ਨਹੀਂ, ਇਹਦੇ ਬਾਰੇ ਗੱਲ ਕਰਨ ਦਾ ਕੀ ਫਾਇਦਾ। ਇਸੇ ਤਰ੍ਹਾਂ ਦੀ ਹਾਲਤ ਜਿਹੜੀ ਹੈਗੀ ਹੈ ਹੈਲਥ ਕੇਅਰ ਸਿਸਟਮ ਦੀ ਹੈ। ਅੱਜ ਜੇ ਅਸੀਂ ਗੱਲ ਸ਼ੁਰੂ ਕਰ ਲਈਏ ਅਤੇ ਹਜ਼ਾਰਾਂ ਕਹਾਣੀਆਂ ਸੁਣਾਉਣ ਲਈ ਆਪਣੇ 'ਚੋਂ ਅੱਗੇ ਆਉਣਗੇ ਜਿਨ੍ਹਾਂ ਦਾ ਰੋਜ਼ ਦਾ ਬੈਡ ਐਕਸਪੀਰੀਅੰਸ ਹੈ। ਪਤਾ ਉਹਨਾਂ ਨੂੰ ਹੀ ਲੱਗਦਾ ਜਿਨ੍ਹਾਂ ਦਾ ਵਾਹ ਪੈਂਦਾ, ਜਿਨ੍ਹਾਂ ਨੇ ਕਦੇ ਹੋਸਪਿਟਲ ਜਾਣਾ ਨਹੀਂ ਪਿਆ, ਰੱਬ ਨਾ ਕਰੇ ਕਿਸੇ ਨੂੰ ਜਾਣਾ ਪਏ, ਪਰ ਜੇ ਇੱਥੇ ਕਿਤੇ ਐਮਰਜੈਂਸੀ 'ਚ ਜਾਣਾ ਪੈ ਜੇ ਜਾਂ ਕਿਸੇ ਤਰ੍ਹਾਂ ਦਾ ਵੀ ਇਹੋ ਜਿਹਾ ਚੈਲੰਜ ਆ ਜਾਏ ਅਤੇ ਇਹ ਕਾਫੀ ਜ਼ਿਆਦਾ ਮਾਯੂਸ ਕਰਨ ਵਾਲਾ ਐਕਸਪੀਰੀਅੰਸ ਹੋ ਸਕਦਾ। ਸੋ ਇਸ ਕਰਕੇ ਉਹਦੀ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ ਹੈ। ਅਸੀਂ ਆਲਰੇਡੀ ਕਈ ਵਾਰ ਗੱਲ ਕਰ ਚੁੱਕੇ ਹਾਂ ਕਿ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਹੈਲਥ ਕੇਅਰ ਸਿਸਟਮ 'ਚ ਨੇ। ਸਵਾਲ ਹੈ ਕਿ ਇਹਦਾ ਹੱਲ ਕੀ ਹੈ, ਕੀ ਇਹਦਾ ਕੋਈ ਹੱਲ ਹੋ ਸਕਦਾ। ਕਈ ਤਾਂ ਹੁਣ ਇਹ ਵੀ ਕਹਿੰਦੇ ਨੇ ਕਿ ਇਹਦਾ ਹੱਲ ਕੋਈ ਨਹੀਂ ਹੈ, ਇਹਦੇ ਬਾਰੇ ਕੁਛ ਨਹੀਂ ਹੋ ਸਕਦਾ। ਕਈ ਲੋਕ ਕੁਛ ਬਦਲਾਅ, ਕੁਛ ਤਬਦੀਲੀਆਂ ਸੁਜੈਸਟ ਕਰਨ ਦੀ ਕੋਸ਼ਿਸ਼ ਕਰਦੇ ਨੇ ਅਤੇ ਉਹਨਾਂ 'ਤੇ ਵੀ ਕੋਈ ਇੱਕ ਰਾਏ ਨਹੀਂ ਬਣਦੀ, ਕਿਉਂਕਿ ਉਹਨਾਂ ਨੂੰ ਵੀ ਲੈ ਕੇ ਬੜੀ ਡਿਵੀਜ਼ਨ ਹੈ ਸਾਡੇ ਸਮਾਜ 'ਚ। ਅਤੇ ਅੱਜ ਅਸੀਂ ਇਸੇ ਟੌਪਿਕ 'ਤੇ ਗੱਲ ਕਰਨੀ ਹੈ ਕਿ ਜਿਹੜੇ ਬਾਕੀ ਦੁਨੀਆ ਦੇ ਹੋਰ ਮੁਲਕ ਨੇ, ਜਿਹੜੇ G7 ਮੁਲਕ ਜਿਹੜੇ ਨੇ, ਡਿਵੈਲਪਡ ਮੁਲਕ ਨੇ, ਉਹਨਾਂ ਦਾ ਹੈਲਥ ਸਿਸਟਮ ਕਿਹੋ ਜਿਹਾ, ਉਹ ਇਹਨੂੰ ਕਿਵੇਂ ਮੈਨੇਜ ਕਰ ਰਹੇ ਨੇ, ਉਹਨਾਂ ਨਾਲ ਅਸੀਂ ਇਹਨੂੰ ਜੋ ਕੰਪੈਰੀਜ਼ਨ 'ਚ ਦੇਖਾਂਗੇ ਅਤੇ ਮੇਬੀ ਅਸੀਂ ਇਹਦੀਆਂ ਕਮਜ਼ੋਰੀਆਂ ਜਾਂ ਇਹਦੇ ਚੈਲੰਜਸ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਾਂਗੇ। ਅਤੇ ਸਾਡੇ ਨਾਲ ਮੀਨਾਕਸ਼ੀ ਜੀ ਸਟੂਡੀਓ 'ਚ ਨੇ। ਇਹਨਾਂ ਨੇ ਪਹਿਲਾਂ ਵੀ ਸਾਡੇ ਨਾਲ, ਅਸੀਂ 2-3 ਵਾਰ ਇਹਨਾਂ ਨਾਲ ਟਾਕ ਸ਼ੋ ਕੀਤਾ ਅਤੇ ਇਹਨਾਂ ਦੀ ਜਿਹੜੀ ਬੈਕਗਰਾਊਂਡ ਹੈ, ਲਾਅ ਦੀ ਵੀ ਬੈਕਗਰਾਊਂਡ ਹੈ ਅਤੇ ਮੈਡੀਕਲ ਫੀਲਡ ਦਾ ਵੀ ਇਹਨਾਂ ਦਾ ਬੈਕਗਰਾਊਂਡ ਹੈ ਅਤੇ ਉਸ ਖੇਤਰ 'ਚ ਵੀ ਇਹਨਾਂ ਨੇ ਉਹਨੂੰ ਵੀ ਸਮਝਿਆ, ਕੰਮ ਕੀਤਾ ਅਤੇ ਸੋਸ਼ਲੀ ਵੀ ਇਹ ਕਾਫੀ ਐਕਟਿਵ ਨੇ। ਅਤੇ ਸਾਡੇ ਨਾਲ ਸਟੂਡੀਓ 'ਚ ਨੇ ਮੀਨਾਕਸ਼ੀ ਜੀ। ਗੁੱਡ ਮਾਰਨਿੰਗ ਸ਼ਮੀਲ ਜੀ ਐਂਡ ਗੁੱਡ ਮਾਰਨਿੰਗ ਟੋਰਾਂਟੋ। ਸੋ ਇਹ ਵੀ ਇੱਕ ਤਰੀਕਾ ਹੋ ਸਕਦਾ ਸਾਡਾ, ਕਿ ਇਹ ਨਹੀਂ ਆ ਕਿ ਸੋਲਿਊਸ਼ਨ ਅਸੀਂ G7 ਮੁਲਕਾਂ 'ਚੋਂ ਹੀ ਲੱਭਣਾ ਜਾਂ ਤਸੱਲੀ ਉਹਦੇ 'ਚੋਂ ਲੱਭਣੀ ਹੈ ਕਿ ਦੂਜਿਆਂ ਦਾ ਵੀ ਸਾਡੇ ਵਰਗਾ, ਪਰ ਸਿਰਫ ਅਸੀਂ ਇਸ ਅਟੈਂਪਟ 'ਚ ਕਿ ਹੋਰ ਕੰਟਰੀ ਕੀ ਕਰ ਰਹੇ ਨੇ, ਉੱਥੇ ਕੀ ਹੋ ਰਿਹਾ, ਮੇਬੀ ਥੋੜ੍ਹਾ ਜਿਹਾ ਅਸੀਂ ਪ੍ਰੋਬਲਮਸ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਾਂਗੇ। ਸ਼ੋਰ। ਸ਼ਮੀਲ ਜੀ, ਇਸ ਤੋਂ ਪਹਿਲਾਂ ਕਿ ਆਪਾਂ G7 ਦੇ ਨਾਲ ਕੰਪੇਅਰ ਕਰੀਏ ਤਾਂ ਥੋੜ੍ਹਾ ਜਿਹਾ ਮੈਂ 2 ਮਿੰਟ ਆਪਣੇ ਕੈਨੇਡੀਅਨ ਹੈਲਥ ਕੇਅਰ ਸਿਸਟਮ ਦੀ ਬੈਕਗਰਾਊਂਡ ਅਤੇ ਜਿਹੜਾ ਇਹਦਾ ਫਰੇਮਵਰਕ ਆ ਉਹਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਨਾ ਚਾਹੂੰਗੀ, ਕਿਉਂਕਿ ਫਿਰ ਉਹ ਸਮਝਣਾ ਈਜ਼ੀ ਹੋ ਜਾਊਗਾ ਵੀ ਕਿਸ ਤਰੀਕੇ ਨਾਲ ਆਪਾਂ ਕੰਪੇਅਰ ਕਰ ਰਹੇ ਹਾਂ। ਸੋ ਕੈਨੇਡਾ ਦੇ ਵਿੱਚ ਆਪਾਂ ਕਹਿੰਦੇ ਹਾਂ ਵੀ ਇਹ ਡੀਸੈਂਟਰਲਾਈਜ਼ਡ, ਯੂਨੀਵਰਸਲ ਅਤੇ ਪਬਲਿਕਲੀ ਫੰਡਡ ਹੈਲਥ ਕੇਅਰ ਸਿਸਟਮ ਹੈ। ਯਾਨੀ ਕਿ ਪ੍ਰੋਵਿੰਸਿਸ ਦੇ ਕੋਲ ਪਾਵਰ ਹੈ ਕਿ ਉਹ ਆਪਣੇ ਅਧੀਨ, ਆਪਣੀ ਜੂਰਿਸਡਿਕਸ਼ਨ ਦੇ ਅਧੀਨ ਹੈਲਥ ਕੇਅਰ ਪ੍ਰੋਵਾਈਡ ਕਰੇ। ਫੈਡਰਲ ਗਵਰਨਮੈਂਟ ਨੇ 1956 ਅਤੇ 1966 ਦੇ ਵਿੱਚ ਬਾਅਦ 'ਚੋਂ ਅਮੈਂਡ ਕਰਕੇ ਲਾਅ ਬਣਾਇਆ ਜਿਹਨੇ ਯੂਨੀਵਰਸਲ ਹੈਲਥ ਕੇਅਰ, ਜਿਹਨੂੰ ਆਪਾਂ ਕਾਮਨਲੀ ਯੂਜ਼ ਕਰਦੇ ਹਾਂ, ਉਹ ਲਾਅ ਬਣਿਆ। ਅਤੇ ਬਾਅਦ 'ਚੋਂ ਉਹ ਰੀਵੈਂਪ ਹੋ ਕੇ 1984 'ਚ ਜਿਹਨੂੰ ਹੈਲਥ ਕੈਨੇਡਾ ਐਕਟ ਕਹਿੰਦੇ ਆ, ਉਹ ਬਣਿਆ। ਸੋ ਹੈਲਥ ਕੈਨੇਡਾ ਐਕਟ ਦੇ ਪ੍ਰੋਮਿਸ ਜਿਹੜੇ ਸੀਗੇ ਉਹ ਸੀਗੇ ਕਿ ਸਭ ਤੋਂ ਪਹਿਲਾਂ ਹੈਲਥ ਕੇਅਰ ਫ੍ਰੀ ਹੋਣੀ ਚਾਹੀਦੀ ਆ ਕੈਨੇਡਾ 'ਚ, ਅਤੇ ਇਟ ਇਜ਼ ਆਲਮੋਸਟ ਲਾਈਕ ਚਾਰਟਰ ਆਫ ਹੈਲਥ ਕੇਅਰ। ਇਫ ਯੂ ਅਗਰ ਆਪਾਂ ਫਰੀਡਮ ਆਫ ਰਾਈਟਸ ਨਾਲ ਕੰਪੇਅਰ ਕਰੀਏ ਤਾਂ ਇੱਕ ਤਰੀਕੇ ਨਾਲ ਉੱਦਾਂ ਦੀ ਪ੍ਰੋਟੈਕਟਡ ਰਾਈਟ ਵਾਂਗੂ ਆਪਾਂ ਕਹਿ ਸਕਦੇ ਹਾਂ ਵੀ ਹਰ ਇੱਕ ਨੂੰ ਫ੍ਰੀ ਹੈਲਥ ਕੇਅਰ ਦੀ ਪ੍ਰੋਮਿਸ ਹੈਗੀ ਆ ਆਪਣੀ ਫੈਡਰਲ ਲੈਵਲ ਦੀ ਜਿਹੜੀ ਲਾਅ ਹੈ, ਐਕਟ ਹੈ, ਉਹਦੇ ਅਧੀਨ। ਬਟ ਉਹਦੀ ਪਾਵਰ ਕਿ ਉਸ ਚੀਜ਼ ਨੂੰ ਕਿਸ ਤਰ੍ਹਾਂ ਆਪਾਂ ਇੰਪਲੀਮੈਂਟ ਕਰਨਾ ਹੈ ਅਤੇ ਕਿਸ ਤਰ੍ਹਾਂ ਉਹਨੂੰ ਰੈਗੂਲੇਟ ਕਰਨਾ ਹੈ, ਕਿਸ ਤਰ੍ਹਾਂ ਉਹਨੂੰ ਮੈਨੇਜ ਕਰਨਾ ਹੈ, ਕਿਸ ਤਰ੍ਹਾਂ ਅਸੀਂ ਉਹਨੂੰ ਡੇ ਟੂ ਡੇ ਰਨ ਕਰਨਾ, ਉਹ ਪ੍ਰੋਵਿੰਸਿਸ ਅਤੇ ਟੈਰੀਟਰੀਜ਼ ਦੇ ਹੱਥ 'ਚ ਹੈ। ਅਤੇ ਉਹ ਆਪਣੇ ਲਾਜ਼ ਬਣਾ ਸਕਦੇ ਨੇ ਲੋਕਲ, ਅਤੇ ਮਤਲਬ ਉਹ ਸਾਰੀ ਪਾਵਰ ਉਸ ਐਕਟ ਨੇ ਉਹਨਾਂ ਨੂੰ, ਪ੍ਰੋਵਿੰਸਿਸ ਨੂੰ ਅਤੇ ਟੈਰੀਟਰੀਜ਼ ਨੂੰ ਦਿੱਤੀ ਹੋਈ ਆ। ਯਾਨੀ ਕਿ ਟੈਕਸ ਕਲੈਕਟ ਕਰਨਾ ਅਤੇ ਉਸ ਟੈਕਸ
ਕਲੈਕਟਡ ਟੈਕਸ 'ਚੋਂ ਹੈਲਥ ਕੇਅਰ 'ਚ ਸਪੈਂਡਿੰਗ ਕਰਨਾ ਵੀ ਪ੍ਰੋਵਿੰਸਸ ਦੇ ਕੰਟਰੋਲ 'ਚ ਹੈ, ਉਹਨਾਂ ਦੀ ਪਾਵਰ 'ਚ ਹੈ। ਨਾਓ ਆਪਾਂ ਸੁਣਦੇ ਹਾਂ ਐਸਪੈਸ਼ਲੀ ਆਫਟਰ ਕੋਵਿਡ ਆਪਾਂ ਸੁਣਿਆ ਕਿ ਫੈਡਰਲ ਗਵਰਨਮੈਂਟ ਨੇ ਆਪਣੇ ਇਸ ਸਾਲ ਦੇ ਬਜਟ 'ਚ ਕਾਫੀ ਪ੍ਰੋਵਿੰਸਸ ਨੂੰ ਸਪੈਸ਼ਲੀ ਓਨਟਾਰੀਓ ਅਤੇ ਕੁਬੈਕ ਨੂੰ ਜੋ ਕਿ ਸਭ ਤੋਂ ਜ਼ਿਆਦਾ ਡੈਂਸਲੀ ਪੋਪੂਲੇਟਡ ਪ੍ਰੋਵਿੰਸਸ ਨੇ ਉਹਨਾਂ ਨੂੰ ਪ੍ਰੋਮਿਸ ਕੀਤੀ ਹੈ ਫੈਡਰਲ ਫੰਡਿੰਗ। ਸੋ ਇਹ ਆਮ ਤੌਰ 'ਤੇ ਫੰਡਿੰਗ ਆਉਂਦੀ ਆ, ਪਰ ਇਸ ਸਿਚੁਏਸ਼ਨ ਤੋਂ ਬਾਅਦ ਖਾਸ ਕਰਕੇ ਉਹਨਾਂ ਨੇ ਇੱਕ ਸਪੈਸ਼ਲ ਕਹਿ ਲਓ ਪੈਕੇਜ ਤਿਆਰ ਕੀਤਾ ਐਂਡ ਕਾਫੀ ਮੋਬਿਲਾਈਜੇਸ਼ਨ ਕਾਫੀ ਲੌਬੀ ਵੀ ਹੋਈ ਆ ਗਵਰਨਮੈਂਟਸ ਵੱਲੋਂ, ਪ੍ਰੋਵਿੰਸ਼ੀਅਲ ਗਵਰਨਮੈਂਟਸ ਵੱਲੋਂ ਪੁਸ਼ਬੈਕ ਹੋਈ ਹੈ ਵੀ ਸਾਨੂੰ ਫੰਡਿੰਗ ਦਿਓ ਕਿਉਂਕਿ ਸਾਡੇ ਇਕੱਲਿਆਂ ਦਾ ਇਹ ਰੋਲ ਨਹੀਂ ਹੈ, ਤੁਸੀਂ ਹੈਲਥ ਐਕਟ ਦੇ ਅੰਡਰ ਪ੍ਰੋਮਿਸ ਕੀਤਾ ਨਹੀਂ ਤਾਂ ਫਿਰ ਅਸੀਂ ਆਪਣੇ ਤਰੀਕੇ ਨਾਲ ਇਹਨੂੰ ਕਰਾਂਗੇ। ਸੋ ਆਈ ਥਿੰਕ ਉਹਦੇ ਅੰਡਰ ਫੈਡਰਲ ਗਵਰਨਮੈਂਟ ਨੇ ਉਹ ਰਿਲੀਜ਼ ਕੀਤੀ ਸੀ ਫੰਡਿੰਗ, ਰਿਲੀਜ਼ ਨਹੀਂ ਕੀਤੀ ਬਟ ਐਟਲੀਸਟ ਐਲੋਕੇਟ ਕੀਤੀ ਹੈ ਬਜਟ 'ਚ ਫੰਡਿੰਗ ਜੋ ਕਿ 10 ਸਾਲਾਂ 'ਚ ਉਹਨਾਂ ਨੇ ਪੇ ਕਰਨੀ ਅਬਾਊਟ $4 billion ਵੇਰੀਅਸ ਪ੍ਰੋਵਿੰਸਸ ਨੂੰ। ਸੋ ਇਹ ਮੋਟਾ ਆਪਣਾ ਹੈਲਥ ਕੇਅਰ ਸਿਸਟਮ ਹੈ। ਪ੍ਰੋਵਿੰਸ਼ੀਅਲ ਲੈਵਲ 'ਤੇ ਆਪਾਂ ਇਹਨੂੰ ਫਿਰ ਡਿਵਾਈਡ ਕਰ ਸਕਦੇ ਹਾਂ 2 ਜਾਂ 3 ਕੈਟੇਗਰੀਜ਼ ਦੇ ਵਿੱਚ। ਪ੍ਰਾਇਮਰੀ ਹੈਲਥ ਕੇਅਰ ਯਾਨੀ ਕਿ ਫਸਟ ਰਿਸਪੌਂਸ ਜਿਹਨੂੰ ਆਪਾਂ ਕਹਿੰਦੇ ਹਾਂ, ਜਿਨ੍ਹਾਂ 'ਚ ਆਪਣੇ ਫੈਮਿਲੀ ਫਿਜ਼ੀਸ਼ੀਅਨਸ ਆਉਂਦੇ ਨੇ, ਅਤੇ ਆਪਣੇ ਪ੍ਰੀਵੈਂਟੇਟਿਵ ਮੈਡੀਸਨ ਯਾਨੀ ਪਬਲਿਕ ਹੈਲਥ ਵਾਲਾ ਸੈਕਟਰ ਆ ਜਿਹੜਾ ਖਿੱਤਾ ਵਾ, ਜਿਵੇਂ ਆਪਾਂ ਵੈਕਸੀਨਸ ਲਗਾਉਂਦੇ ਹਾਂ, ਫਲੂ ਦੀਆਂ ਵੈਕਸੀਨਸ ਲਗਾਉਂਦੇ ਹਾਂ ਐਂਡ ਉਹਦੇ ਨਾਲ ਪੈਰਲਲ 'ਚ ਜਿਵੇਂ ਆਪਾਂ ਵੈਕਸੀਨੇਸ਼ਨਸ ਹੈਗੀਆਂ ਆਪਣੇ ਯੰਗਰ ਪਾਪੂਲੇਸ਼ਨ ਨੂੰ, ਬੱਚਿਆਂ ਨੂੰ, ਉਹ ਸਾਰੀਆਂ ਪਬਲਿਕ ਹੈਲਥ ਪ੍ਰਾਇਮਰੀ ਹੈਲਥ ਲੈਵਲ 'ਤੇ ਆਉਂਦੀਆਂ। ਉਸ ਤੋਂ ਉੱਪਰਲਾ ਆਉਂਦਾ ਸੈਕੰਡਰੀ ਐਂਡ ਟਰਸ਼ਰੀ ਜੋ ਕਿ ਮੋਰ ਐਡਵਾਂਸਡ ਹੈ, ਜਿਹਨੂੰ ਆਪਾਂ ਸਮਝਦੇ ਹਾਂ ਵੀ ਮੈਨੂੰ ਕਿਸੇ ਸਪੈਸ਼ਲਿਸਟ ਦੀ ਲੋੜ ਹੈ, ਮੇਰੀ ਅੱਖ ਦੀ ਕੋਈ ਪ੍ਰੋਬਲਮ ਹੈ ਤਾਂ ਮੇਰੇ ਜਨਰਲ ਫਿਜ਼ੀਸ਼ੀਅਨ ਨੇ ਪਹਿਲਾਂ ਮੈਨੂੰ ਟਰੀਟ ਕੀਤਾ, ਉਹਨਾਂ ਤੋਂ ਨਹੀਂ ਉਹਨਾਂ ਦੀ ਟਰੀਟਮੈਂਟ ਦੇ ਨਾਲ ਕੋਈ ਅਸਰ ਨਹੀਂ ਹੋਇਆ ਤਾਂ ਉਹਨਾਂ ਨੇ ਅੱਗੇ ਰੈਫਰਲ ਭੇਜਣਾ ਹੈ ਸਪੈਸ਼ਲਿਸਟ ਕੋਲ। ਸਪੈਸ਼ਲਿਸਟ ਨੇ ਜਿਹੜੇ ਉਹ ਫਿਰ ਮੈਨੂੰ ਆਪਣੇ ਸਿਸਟਮ 'ਚ ਪਾ ਕੇ ਅਤੇ ਮੇਰਾ ਟਰੀਟਮੈਂਟ ਉੱਥੇ ਹੋਊਗਾ। ਸੋ ਬੇਸਿਕਲੀ ਫਲੋ ਆਪਣਾ ਇਹ ਆ ਨੋਨ ਐਮਰਜੈਂਸੀ ਸਿਚੁਏਸ਼ਨਸ। ਐਮਰਜੈਂਸੀ ਸਿਚੁਏਸ਼ਨਸ ਜਿੱਥੇ ਹੌਸਪਿਟਲਾਈਜੇਸ਼ਨ ਦੀ ਲੋੜ ਹੈ ਹੁੰਦੀ ਹੈ, ਜਿਵੇਂ ਕੋਈ ਐਕਸੀਡੈਂਟ ਹੋ ਗਿਆ ਜਾਂ ਕੋਈ ਗਨ ਸ਼ਾਟ ਵੂੰਡ ਹੈ, ਕੋਈ ਵੀ ਮਤਲਬ ਐਮਰਜੈਂਸੀ ਸਿਚੁਏਸ਼ਨ, ਉਹਦੇ 'ਚ ਫਿਰ ਆਪਾਂ ਹੌਸਪਿਟਲਸ ਜਾਂਦੇ ਹਾਂ। ਜਾਂ ਫਿਰ ਕੋਈ ਕ੍ਰੋਨਿਕ ਕੰਡੀਸ਼ਨ ਹੈ ਜਿਹੜੀ ਕਿ ਹੌਸਪਿਟਲ ਦੇ ਵਿੱਚ ਹੀ ਟਰੀਟ ਹੋ ਸਕਦੀ ਹੈ, ਉਹਦੇ ਵਾਸਤੇ ਆਪਾਂ ਹੌਸਪਿਟਲਸ ਜਾਂਦੇ ਹਾਂ। ਜਿਵੇਂ ਕੋਈ ਸਰਜਰੀ ਹੈ ਜਾਂ ਕੋਈ ਕਿਸੇ ਦੀ ਕਿਡਨੀਜ਼ ਫੇਲ ਹੋ ਗਈਆਂ, ਉਹਦਾ ਟਰੀਟਮੈਂਟ ਚੱਲ ਰਿਹਾ। ਸੋ ਮੋਟਾ ਇਸ ਤਰੀਕੇ ਨਾਲ ਜਿਹੜਾ ਪ੍ਰੋਵਿੰਸ ਹੈ, ਆਪਾਂ ਓਨਟਾਰੀਓ ਦੀ ਗੱਲ ਕਰਦੇ ਹਾਂ, ਉਹ ਇੱਦਾਂ ਰਨ ਕਰਦਾ ਵਾ। ਅਤੇ ਇਹਦੀ ਫੰਡਿੰਗ 90% ਤੁਸੀਂ ਕਹਿ ਸਕਦੇ ਹੋ ਵੀ ਪ੍ਰੋਵਿੰਸ ਪੇ ਕਰਦਾ ਹੈ, ਪ੍ਰੋਵਿੰਸ਼ੀਅਲ ਇੰਸ਼ੋਰੈਂਸਿਸ ਪੇ ਕਰਦੀਆਂ ਨੇ, 10% ਫੈਡਰਲ ਤੋਂ ਆ ਜਾਂਦਾ ਹੈ। ਜਿਹੜੀ ਬਹੁਤ ਜ਼ਰੂਰੀ ਚੀਜ਼ ਸਮਝਣ ਦੀ ਹੈਗੀ ਆ ਉਹ ਇਹ ਆ ਕਿ ਹੈਲਥ ਐਕਟ ਦੇ ਵਿੱਚ ਇੱਕ ਲੂਪ ਹੋਲ ਹੈ ਜੋ ਕਿ ਕੁਛ ਲੋਕਾਂ ਨੇ, ਕੁਛ ਐਂਟਰਪ੍ਰੇਨੋਰੀਅਲ ਲੋਕਾਂ ਨੇ ਐਕਸਪਲੋਇਟ ਕੀਤਾ ਹੈ, ਜਿਹਦੇ 'ਚ ਕੁਛ ਪ੍ਰਾਈਵੇਟ ਕਲੀਨਿਕਸ ਹੈਗੇ ਨੇ। ਸੋ ਆਪਾਂ ਇਹ ਨਹੀਂ ਸੋਚ ਸਕਦੇ ਕਿ ਪ੍ਰਾਈਵੇਟ ਹੈਲਥ ਕੇਅਰ ਕੈਨੇਡਾ 'ਚ ਬਿਲਕੁਲ ਨਹੀਂ ਹੈ। ਅਬਾਊਟ 2/3 ਆਫ ਦਾ ਪਾਪੂਲੇਸ਼ਨ ਰਿਲਾਈਜ਼ ਔਨ ਪ੍ਰਾਈਵੇਟ ਹੈਲਥ ਕੇਅਰ, ਜੋ ਕਿ ਕਾਫੀ ਜ਼ਿਆਦਾ ਪਰਸੈਂਟੇਜ ਹੈ। ਯਾਨੀ ਕਿ ਦੇਰ ਆਰ ਸਮ ਕਲੀਨਿਕਸ ਜਿਨ੍ਹਾਂ 'ਚ ਤੁਸੀਂ ਯੂ ਕੈਨ ਗੋ ਐਂਡ ਪੇ। MRI ਨਹੀਂ ਹੋ ਰਹੀ ਤੁਹਾਡੀ ਤਾਂ MRI ਤੁਸੀਂ ਕਰਾ ਸਕਦੇ ਹੋ, ਕੈਟਰੈਕਟ ਦੀ ਸਰਜਰੀ ਨਹੀਂ ਹੋਈ ਤੁਸੀਂ ਉਹ ਜਾ ਕੇ ਕਰਾ ਸਕਦੇ ਹੋ, ਲਾਈਕ ਦੋਜ਼ ਕਾਈਂਡ ਆਫ ਥਿੰਗਸ। ਸੋ ਲੂਜ਼ਲੀ 2 ਟੀਅਰ ਸਿਸਟਮ ਤਾਂ ਆਲਰੇਡੀ ਐਗਜ਼ਿਸਟ ਕਰ ਰਿਹਾ ਵਾ, ਪ੍ਰਾਈਵੇਟ ਆਲਰੇਡੀ ਹੈਗਾ ਵਾ। ਹਾਂਜੀ, ਮੈਂ ਉਹਨਾਂ ਦਾ ਨਾਂ ਨਹੀਂ ਲਊਂਗੀ ਬਟ ਉਹ ਬਹੁਤ ਫੇਮਸ ਲੇਜ਼ਰ ਪ੍ਰੋਸੀਜਰ ਕਲੀਨਿਕ ਹੈ, ਉਹਨਾਂ ਦੀ ਬਹੁਤ ਐਡ ਆਉਂਦੀ ਹੈ ਆਪਣੇ GTH। ਅਤੇ ਉਹ ਐਕਚੁਅਲੀ ਉਹਨਾਂ ਨੂੰ ਆਲਮੋਸਟ 20 years ਹੋ ਗਏ ਉਹਨਾਂ ਨੂੰ ਇਸ ਬਿਜ਼ਨਸ 'ਚ। ਉਹ ਪ੍ਰਾਈਵੇਟ ਕੈਟਰੈਕਟ ਸਰਜਰੀਜ਼ ਕਰਦੇ ਨੇ, ਐਡਵਰਟਾਈਜ਼ ਉਹ ਲੇਜ਼ਰ ਸਰਜਰੀਜ਼ ਲਈ ਕਰਦੇ ਨੇ, ਬਟ ਉਹ ਔਨ ਦਾ ਸਾਈਡ ਪ੍ਰਾਈਵੇਟ ਕੈਟਰੈਕਟ ਸਰਜਰੀਜ਼ ਕਰਦੇ ਨੇ ਕਿਉਂਕਿ ਜੇ ਵੇਟ ਟਾਈਮਸ ਬਹੁਤ ਜ਼ਿਆਦਾ ਨੇ, ਅਗਰ ਕਿਸੇ ਨੂੰ ਬਹੁਤ ਤਕਲੀਫ ਆ ਤਾਂ ਉਹਨਾਂ ਕੋਲ ਜਾ ਕੇ ਪ੍ਰਾਈਵੇਟ ਆਈ ਥਿੰਕ $100 ਜੋ ਮੈਂ ਲਾਸਟ ਉਹਨਾਂ ਦਾ ਰੇਟ ਚੈੱਕ ਕੀਤਾ ਸੀ ਪਰ ਆਏ, ਉਹ ਕਰ ਰਹੇ ਨੇ ਕੈਟਰੈਕਟ ਸਰਜਰੀਜ਼। ਐਂਡ ਦਿਸ ਇਜ਼ ਇਨ ਟੋਰਾਂਟੋ, ਇਹ ਨਹੀਂ ਹੈ ਕਿ ਕਿਤੇ ਤੁਸੀਂ ਦੂਰ ਜਾ ਕੇ ਕਰਾ ਰਹੇ ਹੋ। ਸੋ ਦੈਟਸ ਕੈਨੇਡਾ। ਹੁਣ G7 'ਚ ਆਪਾਂ ਕੰਪੇਅਰ ਕਰੀਏ ਤਾਂ ਆਪਣੀ ਹੈਲਥ ਕੇਅਰ ਸਪੈਂਡਿੰਗ ਪਰ ਕੈਪੀਟਾ ਅਤੇ GDP ਦੇ ਹਿਸਾਬ ਨਾਲ ਐਟ ਪਾਰ ਹੈ ਬਾਕੀ G7 ਨੇਸ਼ਨਸ ਨਾਲ। ਹਾਊਐਵਰ ਜੇ ਆਪਾਂ ਕੁਛ ਬੈਂਚਮਾਰਕਸ ਨੇ ਜਿਨ੍ਹਾਂ ਨੂੰ ਯੂਜ਼ ਕਰਦੇ ਹਾਂ ਦੇਖਣ ਲਈ, ਕੰਪੇਅਰ ਕਰਨ ਲਈ, ਕਿਉਂਕਿ ਕਿਸ ਲੈਵਲ 'ਤੇ ਆਪਾਂ ਕੰਪੇਅਰ ਕਰ ਰਹੇ ਹਾਂ ਇੱਕ ਹੈਲਥ ਕੇਅਰ ਸਿਸਟਮ ਨੂੰ ਦੂਜੇ ਨਾਲ, ਉਹ ਆਪਾਂ ਕੰਪੇਅਰ ਤਾਂ ਹੀ ਕਰ ਸਕਦੇ ਹਾਂ ਜੇ ਕੋਈ ਕਾਮਨ ਫੈਕਟਰ ਹੋਵੇ। ਤਾਂ ਜਿਵੇਂ ਹੌਸਪਿਟਲ ਵੇਟ ਟਾਈਮਸ ਜਾਂ ਸਰਜਰੀ ਵੇਟ ਟਾਈਮਸ ਜਾਂ ਫਿਰ ਐਕਸੈਸ ਟੂ ਹੈਲਥ ਕੇਅਰ ਸਿਸਟਮ, ਇਫੈਕਟਿਵਨੈਸ ਆਫ ਹੈਲਥ ਕੇਅਰ ਸਿਸਟਮ, ਮੋਰਟੈਲਿਟੀ ਰੇਟ ਕਿੰਨਾ ਹੈ, ਇਨਫੈਂਟ ਮੋਰਟੈਲਿਟੀ ਰੇਟ ਕਿੰਨਾ ਹੈ, ਜਾਂ ਮੈਟਰਨਲ ਹੈਲਥ ਕੇਅਰ ਕਿੰਨੀ ਹੈ, ਉਹ ਜਿਹੇ ਜਿਹੜੇ ਬੈਂਚਮਾਰਕਸ ਨੇ ਉਹਨਾਂ ਦੇ ਨਾਲ ਕੰਪੇਅਰ ਕੀਤਾ ਜਾਂਦਾ ਇੱਕ ਕੰਟਰੀ ਨੂੰ ਦੂਜੇ ਕੰਟਰੀ ਦੇ ਹੈਲਥ ਕੇਅਰ ਸਿਸਟਮ ਦੇ ਨਾਲ।
ਨਾਓ ਕੈਨੇਡਾ ਦਾ ਆਪਾਂ ਜਿਵੇਂ ਹੁਣ ਗੱਲ ਕੀਤੀ ਹੈ ਵੀ ਯੂਨੀਵਰਸਲ ਹੈਲਥ ਕੇਅਰ ਸਿਸਟਮ ਹੈ, ਪ੍ਰੀਡੋਮੀਨੈਂਟਲੀ ਆਪਾਂ ਇਹਨੂੰ ਸਿੰਗਲ ਪੇਅਰ ਹੈਲਥ ਕੇਅਰ ਸਿਸਟਮ ਕਹਿੰਦੇ ਆ, ਮਤਲਬ ਪ੍ਰਾਈਵੇਟ ਐਂਡ ਪਬਲਿਕ ਨਹੀਂ ਹੈ, ਆਲਦੋ ਲੂਜ਼ਲੀ ਮੈਂ ਤੁਹਾਨੂੰ ਦੱਸਿਆ ਆਪਰੇਟ ਕਰ ਰਹੇ ਨੇ, ਕਾਫੀ ਪ੍ਰਾਈਵੇਟ ਕਲੀਨਿਕਸ ਵੀ ਹੈਗੇ ਨੇ, ਪਰ ਓਪਨਲੀ ਆਪਾਂ ਇਸ ਚੀਜ਼ ਨੂੰ ਨਹੀਂ ਮੰਨਦੇ ਹੈਗੇ ਵੀ ਇੱਥੇ ਪ੍ਰਾਈਵੇਟ ਵੀ ਹੈ ਡਬਲ। ਵੈਸੇ ਤਾਂ ਫੈਮਿਲੀ ਡਾਕਟਰ ਵੀ ਤਾਂ ਪ੍ਰਾਈਵੇਟ ਹੀ ਹੁੰਦਾ ਇੱਕ ਲਿਹਾਜ਼ ਨਾਲ। ਹਾਂਜੀ, ਪਰ ਆਪਣਾ ਜਿਹੜਾ OHIP ਹੈ ਜੋ ਕਿ ਆਪਣੀ ਪ੍ਰੋਵਿੰਸ਼ੀਅਲ ਇੰਸ਼ੋਰੈਂਸ ਹੈ ਉਹ ਪੇ ਕਰ ਰਹੀ ਆ, ਬਟ ਦੇਰ ਆਰ ਸਮ ਕਲੀਨਿਕਸ ਜਿੱਥੇ ਤੁਸੀਂ OHIP ਤੋਂ ਵੀ, ਇਹ ਬਹੁਤ ਇੰਟਰਸਟਿੰਗ ਚੀਜ਼ ਆ, ਉਹ ਫਿਜ਼ੀਸ਼ੀਅਨਸ OHIP ਤੋਂ ਵੀ ਪੇਮੈਂਟ ਲੈ ਰਹੇ ਨੇ, ਅਤੇ ਕੁਛ ਜਿਹੜਾ ਡਿਫਰੈਂਸ ਹੈ ਕਾਸਟ ਦਾ ਜੋ ਕਿ OHIP ਨਹੀਂ ਪ੍ਰੋਵਾਈਡ ਕਰਦੀ, ਉਹ ਪ੍ਰਾਈਵੇਟ ਪੇਅਰ ਤੋਂ ਲੈ ਰਹੇ ਨੇ, ਯਾਨੀ ਕਿ ਮੇਰੇ ਤੋਂ ਜਾਂ ਤੁਹਾਡੇ ਤੋਂ ਲੈ ਰਹੇ ਨੇ ਜੇ ਤੁਸੀਂ ਉਹ ਟਰੀਟਮੈਂਟ ਲੈਣ ਚਾਹੁੰਦੇ ਹੋ। ਸੋ G7 ਦੇ ਵਿੱਚ ਕੈਨੇਡਾ ਦੀ GDP ਦੀ ਸਪੈਂਡਿੰਗ ਆਲਮੋਸਟ 13% 2022 ਦੇ ਵਿੱਚ ਹੋਈ ਆ ਹੈਲਥ ਕੇਅਰ ਦੇ ਵਿੱਚ। 2021 ਦੇ ਵਿੱਚ ਇਹ ਨੰਬਰ 11% ਸੀ। ਅੰਡਰਸਟੈਂਡੇਬਲ ਹੈ ਕਿਉਂਕਿ ਕੋਵਿਡ ਕਰਕੇ ਆਪਾਂ ਥੋੜ੍ਹਾ ਜ਼ਿਆਦਾ ਸਪੈਂਡਿੰਗ ਕੀਤੀ ਆ, ਵਿਚ ਇਜ਼ ਟੌਪ 3 ਕੰਟਰੀਜ਼ ਦੇ ਵਿੱਚ ਆਪਾਂ ਆਉਂਦੇ ਹਾਂ GDP ਸਪੈਂਡਿੰਗ 'ਚ। ਪਰ ਕੈਪੀਟਾ ਦੇ ਵਿੱਚ ਵੀ ਸੇਮ ਚੀਜ਼ ਹੈ। ਹਾਊਐਵਰ ਆਪਾਂ ਜੇ ਆਊਟਕਮਸ ਦੇਖੀਏ ਵੀ ਜੋ ਆਪਾਂ ਇਨਪੁਟ ਕੀਤਾ ਹੈ ਕਿ ਆਪਾਂ ਨੂੰ ਰਿਜ਼ਲਟ ਵੀ ਉਹ ਮਿਲ ਰਿਹਾ, ਰਿਜ਼ਲਟ ਆਪਾਂ ਨੂੰ ਉਹ ਨਹੀਂ ਮਿਲ ਰਿਹਾ, ਉਹਦੇ ਆਪਾਂ ਫੈਕਟਰਸ ਬਹੁਤ ਸਾਰੇ ਦੇਖ ਸਕਦੇ ਹਾਂ। ਇੱਕ ਤਾਂ ਇਹ ਹੈ ਵੀ ਬਾਕੀ G7 ਦੇ ਵਿੱਚ ਜਿਵੇਂ ਲੈਟਸ ਸੇ ਯੂਨਾਈਟਿਡ ਕਿੰਗਡਮ ਦੇਖ ਲਈਏ ਜਾਂ ਫਰਾਂਸ ਦੇਖ ਲਈਏ ਜਾਂ ਜਰਮਨੀ ਦੇਖ ਲਈਏ, ਇਹਨਾਂ ਕੰਟਰੀਜ਼ ਦੇ ਵਿੱਚ ਓਨੀ ਪਾਪੂਲੇਸ਼ਨ ਗਰੋਥ ਨਹੀਂ ਹੈ ਜਿੰਨੀ ਆਪਣੀ ਹੈ, ਐਂਡ ਆਪਣੀ ਪਾਪੂਲੇਸ਼ਨ ਗਰੋਥ। ਇੰਨੀ ਗੱਲ ਠੀਕ ਹੈ ਕਿ ਖਰਚੇ ਦੇ ਪੱਖ ਤੋਂ ਅਸੀਂ ਕਿਸੇ ਪੱਖੋਂ ਘੱਟ ਨਹੀਂ ਹੈ G7 'ਚ। ਬਿਲਕੁਲ, ਆਪਾਂ ਪਹਿਲੇ 3 ਪਰ ਜਿਹੜਾ ਉਹਦਾ ਉਹ ਇੰਨਾ ਖਰਚਾ ਕਰਕੇ ਜੋ ਰਿਜ਼ਲਟ ਮਿਲ ਰਿਹਾ ਹੈ ਉਹ ਨਹੀਂ ਹੈ, ਉਹ ਜੇ G7 ਨਾਲ ਕੰਪੇਅਰ ਕਰੀਏ ਤੇ ਉਹ ਨਹੀਂ ਹੈ। ਉਹ ਆਪਾਂ ਆਲਮੋਸਟ ਬਾਟਮ ਲਿਸਟ 'ਚ ਆਉਂਦੇ ਹਾਂ, ਲਾਸਟ ਰੈਂਕਿੰਗ ਹੈ ਆਪਣੀ G7 'ਚ। ਅੱਛਾ, ਜੇ ਆਪਾਂ ਉਹਦੇ ਕੰਪੈਰੀਜ਼ਨ 'ਚ ਦੇਖੀਏ ਵੀ ਆਪਣੀ ਆਊਟਪੁੱਟ ਕੀ ਹੈ ਉਸ ਸਪੈਂਡਿੰਗ ਦੇ ਅਕੋਰਡਿੰਗ, ਐਂਡ ਉਹਦਾ ਰੀਜ਼ਨ ਬਹੁਤ ਕੁਛ ਹੋ ਸਕਦਾ। ਆਪਾਂ ਲੂਜ਼ਲੀ ਕਹਿੰਦੇ ਹਾਂ ਵੀ ਆਪਣਾ ਹੈਲਥ ਕੇਅਰ ਸਿਸਟਮ ਬ੍ਰੋਕਨ ਹੈ, ਉਹਦਾ ਮਤਲਬ ਕੀ ਹੈ? ਬ੍ਰੋਕਨ ਦਾ ਮਤਲਬ ਬਹੁਤ ਕੁਛ ਹੋ ਸਕਦਾ ਵਾ। ਬ੍ਰੋਕਨ ਦਾ ਮਤਲਬ ਇਹ ਹੋ ਸਕਦਾ ਵਾ ਕਿ ਆਪਾਂ ਵੇਸਟੇਜ ਬਹੁਤ ਕਰ ਰਹੇ ਹਾਂ, ਆਪਾਂ ਸਹੀ ਜਗ੍ਹਾ 'ਤੇ ਰਿਸੋਰਸਿਸ ਨੇ ਜਿਹੜੇ ਉਹ ਐਲੋਕੇਟ ਨਹੀਂ ਕਰ ਰਹੇ, ਆਪਾਂ ਵੇਸਟੇਜ ਤੋਂ ਇਲਾਵਾ ਆਪਾਂ ਇਹ ਨਹੀਂ ਦੇਖ ਰਹੇ ਵੀ ਫੰਡਿੰਗ ਐਕਚੁਅਲੀ ਜਾਣੀ ਕਿੱਥੇ ਚਾਹੀਦੀ ਹੈ ਅਤੇ ਉਹ ਮਿਸਯੂਜ਼ ਹੋ ਰਹੀ ਆ। ਅਗੇਨ ਵੇਸਟੇਜ, ਮਿਸਮੈਨੇਜਮੈਂਟ ਹੈ ਓਵਰਆਲ। ਹਾਂਜੀ, ਅਤੇ ਦੂਸਰੀ ਚੀਜ਼ ਬਹੁਤ ਇੰਪੋਰਟੈਂਟ, ਆਪਾਂ ਕ੍ਰੀਏਟਿਵਲੀ ਨਹੀਂ ਸੋਚ ਰਹੇ ਵੀ ਆਪਾਂ ਇਸ ਚੀਜ਼ ਨੂੰ ਸੋਲਵ ਕਿੱਦਾਂ ਕਰਨਾ ਵਾ, ਇਸ ਪਜ਼ਲ ਨੂੰ ਸੋਲਵ ਕਿੱਦਾਂ ਕਰਨਾ। ਟੈਕਸਿਸ ਵਧਾ ਕੇ GDP ਦੀ ਪਰਸੈਂਟੇਜ ਸਪੈਂਡਿੰਗ ਵਧਾਉਣਾ ਤਾਂ ਇਹ ਤਾਂ ਬਹੁਤ ਸਿੰਪਲ, ਕੋਈ ਵੀ ਇਨਸਾਨ ਇਹ ਸੋਚ ਸਕਦਾ ਵਾ ਕਿ ਟੈਕਸਿਸ ਵਧਾ ਦਿਓ, GDP ਦੀ ਜੇ 13% ਸਪੈਂਡ ਕਰ ਰਹੇ ਹਾਂ 15% ਕਰ ਦਿਓ ਤਾਂ ਸ਼ਾਇਦ ਇਹ ਪ੍ਰੋਬਲਮ ਸੋਲਵ ਹੋ ਜਾਊਗੀ। ਪ੍ਰੋਬਲਮ ਸੋਲਵ ਨਹੀਂ ਹੋਊਗੀ, ਕਿਉਂਕਿ ਆਪਾਂ ਨੰਬਰ ਆਫ ਸਿਟੀਜ਼ਨਸ ਤਾਂ ਆਪਣੇ ਵਧਾਈ ਜਾ ਰਹੇ ਹਾਂ, ਪਰ ਉਹਦੇ ਪ੍ਰਪੋਰਸ਼ਨ 'ਚ ਜੋ ਆਪਾਂ ਨੂੰ ਫੈਸਿਲਿਟੀਜ਼ ਜੋ ਆਪਾਂ ਪ੍ਰੋਮਿਸ ਕੀਤੀਆਂ ਨੇ ਆਪਣੀ ਸਿਟੀਜ਼ਨਸ ਨੂੰ, ਆਪਾਂ ਦੇ ਨਹੀਂ ਰਹੇ। ਸੋ ਦੇਰ ਇਜ਼ ਅ ਬਿਗ ਮਿਸਮੈਚ। ਜਾਂ ਤਾਂ ਆਪਾਂ ਆਪਣੀ ਇਮੀਗ੍ਰੇਸ਼ਨ ਪੋਲਿਸੀਜ਼ ਨੂੰ ਚੇਂਜ ਕਰੀਏ, ਉਹਨਾਂ ਨੂੰ ਹਾਲਟ ਕਰੀਏ, ਯੂਨੀਵਰਸਲ ਹੈਲਥ ਕੇਅਰ ਜਿਨ੍ਹਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਉਹਨੂੰ ਸਬ ਕੈਟਾਗਰਾਈਜ਼ ਕਰੀਏ ਵੀ ਕੌਣ ਇੰਟਾਈਟਲਡ ਹੈ, ਕੌਣ ਨਹੀਂ ਇੰਟਾਈਟਲਡ ਹੈ, ਜਾਂ ਫਿਰ ਅਗਰ ਇਹ ਬਹੁਤ ਬਾਇਸਡ ਲੱਗਦਾ ਹੈ ਤਾਂ ਫਿਰ ਇਹਨੂੰ ਮਿਕਸਡ ਸਿਸਟਮ ਕੀਤਾ ਜਾਵੇ, ਹਾਈਬ੍ਰਿਡ ਸਿਸਟਮ ਕੀਤਾ ਜਾਵੇ ਕਿ ਕੁਛ ਪਰਸੈਂਟੇਜ ਆ ਜਿਹੜਾ ਉਹ ਇੰਡੀਵਿਜੂਅਲ ਪੇ ਕਰੇ, ਜਿਹੜਾ ਕੁਛ ਪਰਸੈਂਟੇਜ ਹੈ ਮੈਜੋਰਿਟੀ ਕੁਛ ਤਾਂ ਚੇਂਜ ਕਰਨਾ ਹੀ ਪਊਗਾ ਨਾ, ਬਿਨਾਂ ਇੱਦਾਂ ਸਿਰਫ ਕਹਿਣ ਨਾਲ ਕਿ ਅਸੀਂ ਪ੍ਰਾਈਵੇਟਾਈਜ਼ ਨਹੀਂ ਕਰਨਾ, ਸਿਰਫ ਉਹ ਜਿਹੜੇ ਇੱਕ ਧਾਰਮਿਕ ਕਿਸਮ ਦੇ ਨਾਅਰੇ ਹੁੰਦੇ ਨੇ। ਹਾਂਜੀ, ਉਹ ਰੈਟਰਿਕ ਵਾ ਜਿਹੜਾ ਆਪਾਂ ਬਾਰ-ਬਾਰ ਰਿਪੀਟ 'ਚ ਜਸਟ ਇੱਕ ਸਾਊਂਡ ਬਾਈਟ ਦੇਣ ਵਾਸਤੇ ਗੱਲ ਕਹਿ ਰਹੇ ਹਾਂ ਵੀ ਇੱਦਾਂ ਨਹੀਂ ਕਰਨਾ, ਪਰ ਆਪਾਂ ਨੂੰ ਥੋੜ੍ਹਾ ਜਿਹਾ ਪੌਜ਼ ਕਰਕੇ ਸੋਚਣ ਦੀ ਲੋੜ ਹੈ ਵੀ ਆਪਾਂ ਕਹਿ ਕੀ ਰਹੇ ਹਾਂ, ਪ੍ਰਾਈਵੇਟਾਈਜ਼ ਕੀ ਨਹੀਂ ਕਰਨਾ, ਪ੍ਰਾਈਵੇਟਾਈਜ਼ੇਸ਼ਨ ਦਾ ਮਤਲਬ ਕੀ ਹੈ ਉਹ ਸਮਝਣਾ ਬਹੁਤ ਜ਼ਰੂਰੀ ਹੈ। ਪ੍ਰਾਈਵੇਟਾਈਜ਼ੇਸ਼ਨ ਦਾ ਮਤਲਬ ਇਹ ਨਹੀਂ ਹੈ ਕਿ ਸਡਨਲੀ ਹੁਣ ਕੋਈ ਇੰਡੀਵਿਜੂਅਲ ਹੌਸਪੀਟਲ ਕ੍ਰੀਏਟ ਕਰ ਲੂਗਾ ਜਾਂ ਕੋਈ ਕਾਰਪੋਰੇਸ਼ਨ ਹੌਸਪੀਟਲ ਬਣਾ ਲੂਗੀ ਅਤੇ ਉਹਦੇ ਵਿੱਚ ਜਿਹੜਾ ਵੀ ਕੋਈ ਬੰਦਾ ਐਕਸੈਸ ਕਰ ਰਿਹਾ ਵਾ ਦੇ ਹੈਵ ਟੂ ਪੇ ਆਊਟ ਆਫ ਦ ਪਾਕਟ। ਪ੍ਰਾਈਵੇਟਾਈਜ਼ੇਸ਼ਨ ਦਾ ਮਤਲਬ ਡਿਫਰੈਂਟ ਵੀ ਹੋ ਸਕਦਾ ਜੋ ਕਿ ਆਲਰੇਡੀ ਐਗਜ਼ਿਸਟਿੰਗ ਹੈ। ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਆਲਰੇਡੀ ਕੁਛ ਪ੍ਰਾਈਵੇਟ ਕਲੀਨਿਕਸ ਹੈ ਜਿਹੜੇ ਕਿ ਪ੍ਰਾਈਵੇਟ ਹੈਲਥ ਕੇਅਰ ਸਰਵਿਸਿਜ਼ ਦੇ ਰਹੇ ਨੇ, ਜਿੱਦਾਂ ਕਿ MRI ਸਰਵਿਸਿਜ਼ ਨੇ, ਸਕੈਨਸ ਲਾਈਕ ਡਾਇਗਨੋਸਟਿਕਸ ਨੇ, ਕਾਫੀ ਡਾਇਬੈਟਿਕ ਕਲੀਨਿਕਸ ਨੇ ਜਿਹੜੀਆਂ ਦੇ ਰਹੀਆਂ ਨੇ, ਕਾਫੀ ਕਾਰਡੀਅਕ ਸੈਂਟਰਸ ਨੇ ਜਿਹੜੇ ਦੇ ਰਹੇ ਨੇ। ਉਹ OHIP ਫੰਡ ਕਰਦੀ ਹੈ, ਪਰ ਜਿਹੜਾ ਡਿਫਰੈਂਸ ਹੈ, ਪ੍ਰਾਈਸ ਡਿਫਰੈਂਸ ਹੈ, ਜੋ OHIP ਨੇ ਕਿਹਾ ਕਿ ਓਕੇ ਅਸੀਂ ਅਗਰ MRI ਹੌਸਪੀਟਲ 'ਚ ਫ੍ਰੀ ਆਫ ਕਾਸਟ ਪੇ ਕਰ ਰਹੇ ਹਾਂ $800, ਜੋ ਕਿ OHIP ਨੈਗੋਸ਼ੀਏਟ ਕਰਦੀ ਹੈ ਓਨਟਾਰੀਓ ਮੈਡੀਕਲ ਐਸੋਸੀਏਸ਼ਨ ਦੇ ਨਾਲ, ਜੇ ਉਹਦਾ ਰੇਟ $800 ਹੈ ਤਾਂ ਇਹ ਪ੍ਰਾਈਵੇਟ ਹੈਲਥ ਕਲੀਨਿਕ ਨੂੰ ਕਿਹਾ ਜਾਂਦਾ ਕਿ ਅਸੀਂ ਤੁਹਾਨੂੰ ਵੀ $800 ਹੀ ਦੇਵਾਂਗੇ, ਅਗਰ ਤੁਹਾਡੀ ਕਾਸਟ ਉਸ ਤੋਂ ਜ਼ਿਆਦਾ ਪੈਂਦੀ ਹੈ ਤਾਂ ਉਹ ਕਾਸਟ ਤੁਸੀਂ ਆਪਣੇ ਆਪ ਕਵਰ ਕਰਨੀ ਹੈ।
ਉਹ ਕਾਸਟ ਉਹਨਾਂ ਨੇ ਤਾਂ ਆਪਣੀ ਜੇਬ 'ਚ ਪਾਉਣੀ ਨਹੀਂ, ਉਹ ਓਬਵੀਅਸਲੀ ਜਿਹੜਾ ਸਰਵਿਸ ਸੀਕਰ ਹੈ, ਜਿਹੜਾ ਪੇਸ਼ੈਂਟ ਹੈ, ਉਹਦੇ ਤੋਂ ਲੈਣਗੇ। ਸੋ ਲੈਟਸ ਸੇ ਦ ਡਿਫਰੈਂਸ ਇਜ਼ $200, ਤਾਂ $200 ਜਿਹੜਾ ਇੰਡੀਵਿਜੂਅਲ ਹੈ ਉਹਨੂੰ ਆਪਣੀ ਪਾਕਟ 'ਚੋਂ ਦੇਣਾ ਪਊਗਾ, ਜੋ ਕਿ ਕੋਈ ਮਾੜੀ ਗੱਲ ਨਹੀਂ ਹੈ। ਅਗਰ ਬਹੁਤ ਪਹਿਲਾਂ ਤਾਂ ਉਸ ਤੋਂ ਪਹਿਲਾਂ ਤਾਂ ਖੈਰ ਜਿਹੜਾ ਜਿਵੇਂ ਤੁਸੀਂ ਦੱਸਿਆ ਖਰਚਾ ਕੋਈ ਘੱਟ ਨਹੀਂ ਕਰ ਰਹੀ ਕੰਟਰੀ। ਹਾਂਜੀ, ਪਹਿਲੀ ਗੱਲ ਤਾਂ ਉਹਨਾਂ ਨੂੰ ਜ਼ਿਆਦਾ ਵਾਈਜ਼ਲੀ ਸਪੈਂਡ ਕਰਨ ਦੀ ਲੋੜ ਹੈ, ਜਿਹੜਾ ਪੈਸਾ ਉਹਨਾਂ ਨੂੰ ਠੀਕ ਕਰਨ ਦੀ ਲੋੜ ਹੈ। ਦੈਨ ਫਿਰ ਇਹ ਜਿਹੜੀਆਂ ਆਪਸ਼ਨ ਨੇ ਜਿਵੇਂ ਤੁਸੀਂ ਦੱਸਿਆ ਪ੍ਰਾਈਵੇਟ ਵਾਲੀਆਂ ਇਹ ਵੀ ਹੋ ਸਕਦੀਆਂ। ਬਿਲਕੁਲ। ਯੂਨਾਈਟਿਡ ਕਿੰਗਡਮ 'ਚ ਪਿਛਲੇ ਕੁਝ ਮਹੀਨੇ ਪਹਿਲਾਂ ਅਬਾਊਟ 2-3 ਮੰਥਸ ਅਗੋ ਇੱਕ ਬਹੁਤ ਵੱਡੀ, ਕਿਉਂਕਿ ਉੱਥੇ ਹੈਲਥ ਕੇਅਰ ਯੂਨੀਅਨਾਈਜ਼ਡ ਹੈ, ਫਿਜ਼ੀਸ਼ੀਅਨਸ ਦੀ ਵੀ ਅਤੇ ਨਰਸਿੰਗ ਕਮਿਊਨਿਟੀ ਦੀ ਵੀ, ਅਤੇ ਬਾਕੀ ਜਿਹੜੇ ਪੈਰਾ ਮੈਡੀਕਲ ਜੋ ਹੈ ਉਹ ਵੀ ਸਾਰਾ ਯੂਨੀਅਨਾਈਜ਼ਡ ਇਨਵਾਇਰਮੈਂਟ ਹੈ। ਉਹਨਾਂ ਨੇ ਸਟ੍ਰਾਈਕ ਅਨਾਊਂਸ ਕੀਤੀ ਸੀ, ਜੋ ਕਿ ਉਹਨਾਂ ਨੇ ਕਿਹਾ ਵੀ ਕੋਵਿਡ ਦੇ ਬਰਡਨ ਤੋਂ ਬਾਅਦ ਅਸੀਂ ਲਾਈਕ ਸਾਡੀਆਂ ਕੁਝ ਡਿਮਾਂਡਸ ਨੇ, ਜਿਨ੍ਹਾਂ ਵਿੱਚੋਂ ਇਹ ਹੈ ਵੀ ਸਾਡੇ ਕੋਲ ਪਰਸੈਂਟੇਜ ਆਫ ਹੈਲਥ ਕੇਅਰ ਵਰਕਰਸ ਬਹੁਤ ਘੱਟ ਹੈ, ਸੋ ਤੁਸੀਂ ਵਰਕ ਪਰਮਿਟਸ ਇਸ਼ੂ ਕਰੋ ਸਰਟਨ ਕੈਟਾਗਰੀਜ਼ ਦੇ ਵਿੱਚ, ਤਾਂ ਕਿ ਸਾਡੀ ਹੈਲਥ ਕੇਅਰ ਨੂੰ ਅਸੀਂ ਸਪੋਰਟ ਕਰ ਸਕੀਏ। ਆਈ ਥਿੰਕ ਉਹ ਜਿਵੇਂ ਇੱਕ ਲੌਜੀਕਲ ਆਸਕ ਹੈ। ਆਪਾਂ ਉਸ ਤਰ੍ਹਾਂ ਦੀ ਵਰਕ ਪਰਮਿਟ ਪ੍ਰੋਗਰਾਮ ਹਜੇ ਨਹੀਂ ਖੋਲ੍ਹਿਆ ਕੈਨੇਡਾ ਨੇ, ਜਦ ਕਿ ਆਪਣੀ ਇਮੀਗ੍ਰੇਸ਼ਨ ਪੋਲਿਸੀ ਯੂਨਾਈਟਿਡ ਕਿੰਗਡਮ ਨਾਲੋਂ ਬਹੁਤ ਲਿਬਰਲ ਹੈ, ਇਫ ਆਈ ਯੂਜ਼ ਦੈਟ ਟਰਮ, ਬਹੁਤ ਖੁੱਲ੍ਹੀ ਹੈ। ਆਪਾਂ ਬਹੁਤ ਲੋਕਾਂ ਨੂੰ ਇਨਵਾਈਟ ਕਰ ਰਹੇ ਹਾਂ। ਆਪਾਂ ਆਪਣੀ ਮੈਂਡੇਟ ਹੈ ਕਿ ਆਪਾਂ 5 ਲੱਖ ਬੰਦਾ ਹੋਰ ਲੈ ਕੇ ਆਉਣਾ ਵਾ ਇਨ ਅਦਰ 2-3 years, ਰਾਈਟ। ਅਤੇ ਬਟ ਉਹਦੇ ਵਿੱਚ ਆਪਾਂ ਇਹ ਨਹੀਂ ਸੋਚ ਰਹੇ ਕਿ ਜਿਹੜੇ ਆਪਣੇ ਹੈਲਥ ਕੇਅਰ ਸਿਸਟਮ 'ਤੇ ਬਰਡਨਸ ਨੇ ਉਹ ਕਿਸ ਤਰ੍ਹਾਂ ਦੇ ਨੇ। ਹੁਣ ਸਰਜਰੀਜ਼ ਬੈਕਲੌਗ ਨੇ, ਕਿਉਂ ਕਿ ਹੌਸਪੀਟਲਸ ਨਹੀਂ ਹੈਗੇ? ਹੌਸਪੀਟਲਸ ਹੈਗੇ ਨੇ, ਪਰ ਠੀਕ ਹੈ ਬੈਡਸ ਦੀ ਪ੍ਰੋਬਲਮ ਹੋ ਸਕਦੀ ਹੈ, ਬਟ ਉਹਦਾ ਕ੍ਰੀਏਟਿਵ ਸੋਲਿਊਸ਼ਨ ਵੀ ਹੋ ਸਕਦਾ। ਕੁਛ ਰੀਹੈਬ ਸੈਂਟਰਸ ਨੇ, ਮੋਸਟ ਹੌਸਪੀਟਲਸ ਦੇ ਵਿੱਚ ਨਾਲ ਅਟੈਚ ਰੀਹੈਬ ਸੈਂਟਰਸ ਹੁੰਦੇ ਨੇ, ਜਿੱਥੇ ਕਿ ਐਂਬੂਲੇਟਰੀ ਪੇਸ਼ੈਂਟ ਹੁੰਦਾ, ਯਾਨੀ ਕਿ ਸਵੇਰੇ ਜਾ ਕੇ ਸ਼ਾਮ ਨੂੰ ਡਿਸਚਾਰਜ ਹੋਣ ਵਾਲਾ, ਜਾਂ ਫਿਰ ਸਿਰਫ ਇੱਕ ਐਕਸਰਸਾਈਜ਼ ਕਰਨ ਵਾਸਤੇ ਰੀਹੈਬ 'ਚ ਅਤੇ ਵਾਪਸ ਘਰੇ ਜਾਣ ਵਾਲਾ, ਉਹ ਬੈਡਸ ਨੂੰ ਯੂਟੀਲਾਈਜ਼ ਕੀਤਾ ਜਾ ਸਕਦਾ। ਸਰਜਰੀਜ਼ ਦੀ ਕੱਟ ਆਫ ਮੋਸਟ ਹੌਸਪੀਟਲਸ ਦੇ ਵਿੱਚ 3:30-4 ਵਜੇ ਤੱਕ ਆ। ਉਸ ਤੋਂ ਬਾਅਦ ਉਹ ਹੌਸਪੀਟਲਸ ਉਹ ORs ਫ੍ਰੀ ਨੇ। ਤਾਂ ਆਪਣੇ ਕੋਲ ਇਨਫ ਸਰਜਨਸ ਨਹੀਂ ਹੈਗੇ, ਆਪਣੇ ਕੋਲ ਇਨਫ ਆਪਰੇਟਰਸ ਨਹੀਂ ਹੈਗੇ, ਜਿਹੜੇ ਕਿ ਉਹ ਇਨਫਰਾਸਟਰਕਚਰ ਤਾਂ ਹੈ ਬਟ ਆਪਣੇ ਕੋਲ ਇਨਫ ਸਟਾਫ ਨਹੀਂ ਹੈ, ਆਪਣੇ ਕੋਲ ਸਪੈਸ਼ਲਿਸਟ ਨਹੀਂ ਹੈਗੇ। ਆਪਣੀ ਜੋ ਪਰਸੈਂਟੇਜ ਹੈ ਪਰ 10,000 ਪੇਸ਼ੈਂਟਸ ਟੂ ਜਨਰਲ ਫਿਜ਼ੀਸ਼ੀਅਨਸ, that is 2.3, lowest in the G7 and lowest in the most developed countries in the world. ਬਾਕੀ ਕੰਟਰੀਜ਼ 'ਚ ਈਵਨ ਇਟਲੀ ਦੇ ਵਿੱਚ it's about 4.5। ਸੋ ਤੁਸੀਂ ਆਪ ਸੋਚ ਸਕਦੇ ਹੋ ਹਰ 10,000 ਪੇਸ਼ੈਂਟ ਦੇ ਪਿੱਛੇ 2.7 ਜਨਰਲ ਫਿਜ਼ੀਸ਼ੀਅਨ ਹੋਣਾ, ਤਾਂ ਉਹ ਓਵਰਬਰਡਨ ਨਹੀਂ ਹੈਗੇ। ਆਪਾਂ ਪ੍ਰੈਕਟੀਕਲੀ ਸੁਣਦੇ ਹਾਂ ਅਤੇ ਐਕਸਪੀਰੀਅੰਸ ਵੀ ਕਰਦੇ ਹਾਂ। ਬਲਕਿ ਇਹ ਤਾਂ ਜੀ ਉਸ ਦੀ ਵਾਇਲੇਸ਼ਨ ਹੈ, ਜਿਹੜਾ ਆਪਾਂ ਆਪਣਾ ਐਕਟ ਬਣਾਇਆ ਕਿ ਹਰ ਸਿਟੀਜ਼ਨ ਦਾ ਇਹ ਰਾਈਟ ਹੈ, ਇਹ ਉਸੇ ਰਾਈਟ ਦੀ ਵਾਇਲੇਸ਼ਨ ਆਪੇ ਸਾਡੀਆਂ ਸਰਕਾਰਾਂ ਕਰ ਰਹੀਆਂ ਨੇ। ਬਿਲਕੁਲ। ਐਂਡ ਸਿਰਫ ਉਹ ਰਾਈਟ ਹੀ ਨਹੀਂ ਹੈ, ਉਹਦੇ ਵਿੱਚ ਅੱਗੇ ਇਹ ਵੀ ਲਿਖਿਆ ਹੋਇਆ ਵਾ ਕਿ ਡਿਗਨਿਟੀ ਆਫ ਹੈਲਥ ਕੇਅਰ। ਉਹਨਾਂ ਨੇ ਇੱਕ ਸਟੈਪ ਹੋਰ ਅੱਗੇ ਲਿਖਿਆ, ਉਹ 'ਚ ਵੀ ਆਪਾਂ ਡਿਗਨੀਫਾਈਡ ਹੈਲਥ ਕੇਅਰ ਦੇਣਾ, ਯਾਨੀ ਕਿ ਰਿਸਪੈਕਟਫੁਲ ਤਰੀਕੇ ਨਾਲ। ਜੇ 5-5 ਘੰਟੇ ਐਮਰਜੈਂਸੀ 'ਚ ਵੇਟ ਕਰਨਾ ਪਊਗਾ ਕਿਸੇ ਨੂੰ, ਡਿਗਨੀਫਾਈਡ ਕਿੱਦਾਂ ਹੈ? ਉਹ ਸਭ ਤੋਂ ਵੱਡੀ ਵਾਇਲੇਸ਼ਨ ਹੈ। ਸ਼ਾਇਦ ਦੁਨੀਆ ਦੇ ਬਹੁਤ ਥੋੜ੍ਹੇ ਹਿੱਸਿਆਂ 'ਚ ਮਤਲਬ ਹੁੰਦੀ ਹੋਏਗੀ ਇੱਦਾਂ, ਡਿਵੈਲਪਡ ਵਰਲਡ ਨਾਲ ਜੇ ਕੰਪੇਅਰ ਕਰੀਏ। ਬਿਲਕੁਲ। ਸੋ ਬੈਲਜੀਅਮ, ਜਰਮਨੀ, ਸਵਿਟਜ਼ਰਲੈਂਡ G7 ਦਾ ਪਾਰਟ ਨਹੀਂ ਹੈ, ਬਟ ਉਹਨਾਂ ਦੇ ਵੇਟ ਟਾਈਮਸ ਇਜ਼ ਲੈਸ ਦੈਨ 30 ਮਿੰਟਸ ਐਮਰਜੈਂਸੀ ਕੇਅਰ 'ਚ, ਜੋ ਕਿ ਐਮਰਜੈਂਸੀ ਦਾ ਮਤਲਬ ਹੀ ਇਹ ਹੈ ਕਿ ਐਮਰਜੈਂਟ ਹੈ, ਇਮੀਡੀਏਟ ਅਟੈਂਸ਼ਨ ਦੀ ਜ਼ਰੂਰਤ ਹੈ। ਥੋੜ੍ਹੀ ਜਿਹੀ ਇਹਦੇ ਵਿੱਚ ਆਈ ਥਿੰਕ ਕਮੀ ਆਪਣੇ 'ਚ ਵੀ ਹੈ। ਆਪਾਂ ਹਰ ਇੱਕ ਚੀਜ਼ ਨੂੰ ਐਮਰਜੈਂਸੀ ਸਮਝਦੇ ਹਾਂ, ਵਿਚ ਇਜ਼ ਨਾਰਮਲ, ਕਿਉਂਕਿ ਉਹ ਹਿਊਮਨ। ਉਸ ਚੀਜ਼ ਨੂੰ ਐਡਰੈਸ ਕਰਨ ਲਈ ਸਾਨੂੰ ਜਿਹੜੇ ਟਾਈਮ ਟੂ ਟਾਈਮ ਚੀਜ਼ਾਂ ਨੂੰ ਅਪਡੇਟ ਕਰਨਾ ਚਾਹੀਦਾ ਹੈ। ਆਪਣੀ ਪਾਪੂਲੇਸ਼ਨ ਜਿੱਦਾਂ ਦੀ ਨਵੀਂ ਆ ਰਹੀ ਹੈ, ਉਸ ਪਾਪੂਲੇਸ਼ਨ ਦਾ ਸੁਭਾਅ ਦੇਖ ਕੇ, ਉਹਦੀਆਂ ਆਦਤਾਂ ਦੇਖ ਕੇ, ਇਹ ਸਭ ਚੀਜ਼ਾਂ ਟਾਈਮ ਟੂ ਟਾਈਮ ਅਪਡੇਟ ਕਰਨੀਆਂ ਹੁੰਦੀਆਂ ਨਾ। ਪਰ ਪ੍ਰੋਬਲਮ ਉਹੀ ਹੈ ਕਿ ਜਦ ਇੱਕ ਚੀਜ਼ ਕਿਸੇ ਨੇ ਸਿੱਖ ਲਈ ਅਤੇ ਫਿਰ ਮੁੜ ਕੇ ਉਹੀ ਰੱਟੀ ਜਾਂਦੇ ਨੇ। ਤੁਸੀਂ ਬਹੁਤ ਇੰਪੋਰਟੈਂਟ ਚੀਜ਼ ਪਿਕ ਕੀਤੀ ਆ ਜਾਂ ਪੁਆਇੰਟ ਕੀਤੀ ਆ ਸ਼ਮੀਲ ਜੀ, ਕਿ ਇੱਕ ਨਵੇਂ ਇਮੀਗ੍ਰੈਂਟ ਨੂੰ ਪਤਾ ਹੀ ਨਹੀਂ ਕਿ ਮੇਰੇ ਕੋਲ ਕੀ ਐਵਨਿਊਜ਼ ਨੇ, ਕਿੱਥੇ ਕਿੱਥੇ ਮੈਂ ਹੈਲਥ ਰਿਸੋਰਸਿਸ ਜਾਂ ਹੈਲਥ ਕੇਅਰ ਸਿਸਟਮ ਨੂੰ ਯੂਜ਼ ਕਰ ਸਕਦੀ ਹਾਂ ਜਾਂ ਕਰ ਸਕਦਾ ਵਾਂ। ਤੁਸੀਂ ਗੱਲ ਕਰ ਰਹੇ ਸੀ ਕਿ ਜਿਹੜਾ ਸਾਡਾ ਸਿਸਟਮ ਹੈ ਉਹਦੇ 'ਚ ਮਤਲਬ ਜਿੱਥੇ ਹੋਰ ਕਮੀਆਂ ਨੇ, ਇੱਕ ਇਹ ਵੀ ਹੈ ਕਿ ਜਿਹੜਾ ਸਾਡੇ ਨਵੀਂ ਪਾਪੂਲੇਸ਼ਨ ਹੈ ਉਹਦੇ 'ਚ ਅਵੇਅਰਨੈਸ ਵੀ ਨਹੀਂ ਹੈ ਕਿ ਇਹਨੂੰ ਸਹੀ ਤਰੀਕੇ ਨਾਲ ਯੂਜ਼ ਕਿਵੇਂ ਕਰਨਾ। ਇਸ ਕਰਕੇ ਕੁਛ ਥਾਵਾਂ 'ਤੇ ਬਹੁਤ ਜ਼ਿਆਦਾ ਬਰਡਨ ਹੈ, ਕੁਛ ਥਾਵਾਂ ਦੇ ਉੱਤੇ ਉਹਨਾਂ ਦੀ ਸਹੀ ਵਰਤੋਂ ਨਹੀਂ ਹੋ ਰਹੀ। ਬਿਲਕੁਲ ਸਹੀ ਹੈ।
ਸ਼ਮੀਲ ਜੀ, ਐਡਵੋਕੇਸੀ ਬਹੁਤ ਇੰਪੋਰਟੈਂਟ ਪਾਰਟ ਹੁੰਦਾ ਕਿਸੇ ਵੀ ਕਿੱਤੇ ਦੇ ਵਿੱਚ, ਕਿਉਂਕਿ ਅਗਰ ਆਪਾਂ ਦੱਸ ਨਹੀਂ ਰਹੇ ਲੋਕਾਂ ਨੂੰ, ਆਪਾਂ ਆਪਣੀ ਸਰਵਿਸਿਜ਼ ਦੇ ਬਾਰੇ ਕਿਸੇ ਨੂੰ ਇਨਫੋਰਮ ਨਹੀਂ ਕਰ ਰਹੇ, ਤਾਂ ਆਪਾਂ ਨੂੰ ਪਤਾ ਹੀ ਨਹੀਂ ਵੀ ਕਿੱਥੇ ਆਪਾਂ ਜਾ ਕੇ ਕੀ ਕਰਨਾ, ਆਪਣੇ ਕੋਲ ਕੀ ਰਿਸੋਰਸਿਸ ਅਵੇਲੇਬਲ ਨੇ। ਹੁਣ ਕਾਫੀ ਚੀਜ਼ਾਂ ਨੇ ਜਿਹੜੀਆਂ ਉਹ ਐਮਰਜੈਂਸੀ ਦੇ ਲਾਇਕ ਹੁੰਦੀਆਂ ਹੀ ਨਹੀਂ, ਜੋ ਕਿ ਆਪਾਂ ਕਿਸੇ ਹੋਰ ਪੋਰਟਲ 'ਚ ਜੋ ਕਿ ਅਵੇਲੇਬਲ ਹੈ, ਆਪਣੇ ਕਮਿਊਨਿਟੀਜ਼ ਦੇ ਵਿੱਚ ਵੀ ਅਵੇਲੇਬਲ ਹੈ, ਉਹਨਾਂ ਨੂੰ ਆਪਾਂ ਯੂਜ਼ ਕਰਕੇ ਇੱਕ ਤਾਂ ਆਪਾਂ ਆਪਣੀ ਫਰਸਟ੍ਰੇਸ਼ਨ ਘਟਾਉਂਦੇ ਹਾਂ, ਦੂਸਰਾ ਆਪਾਂ ਹੈਲਥ ਕੇਅਰ ਦੇ ਉੱਤੇ ਬਰਡਨ, ਹੈਲਥ ਕੇਅਰ ਸਿਸਟਮ ਦੇ ਉੱਤੇ ਬਰਡਨ ਵੀ ਘਟਾਉਂਦੇ ਹਾਂ, ਉਹ ਪ੍ਰੈਸ਼ਰ ਵੀ ਘਟਾਉਂਦੇ ਹਾਂ। ਆਈ ਥਿੰਕ ਇੱਕ ਉਹ ਜਿਹੜਾ ਗੈਪ ਹੈ ਉਹ ਕਿਹਨੇ ਪੂਰਾ ਕਰਨਾ, ਓਬਵੀਅਸਲੀ ਪ੍ਰੋਵਿੰਸ਼ੀਅਲ ਗਵਰਨਮੈਂਟਸ ਨੇ ਹੀ ਪੂਰਾ ਕਰਨਾ, ਪਰ ਉਹ ਹੋ ਨਹੀਂ ਰਿਹਾ। ਕਿਉਂਕਿ ਆਪਣੇ ਕੋਲ ਸਟਾਫਿੰਗ ਦੀ ਕਮੀ ਹੈ, ਆਪਣੇ ਡਾਕਟਰਸ ਅਤੇ ਆਪਣੀ ਨਰਸਿੰਗ ਸਟਾਫ ਅਤੇ ਆਪਣੇ ਪੈਰਾਮੈਡੀਕਲ ਸਟਾਫ ਬਹੁਤ ਬਿਜ਼ੀ ਨੇ, ਓਵਰਵਰਕਡ ਨੇ। ਸੋ ਇੱਕ ਤਾਂ ਮੇਨ ਚੀਜ਼ ਇਹ ਆ ਵੀ ਆਪਣੇ ਕੋਲ ਲੈਸ ਨੰਬਰ ਆਫ ਪੀਪਲ ਟੂ ਵਰਕ ਔਨ ਦ ਵਰਕ ਫੋਰਸ ਹੈ। ਵੀ ਨੀਡ ਟੂ ਇੰਪਰੂਵ ਦੈਟ, ਜਿਨ੍ਹਾਂ ਨੇ ਕੀ ਐਡਵੋਕੇਸੀ ਕਰਨੀ ਹੈ। ਨਾਓ ਗੋਇੰਗ ਅਬਾਊਟ ਕਿ ਕੀ ਪ੍ਰੋਗਰਾਮਸ ਅਤੇ ਕੀ ਫੈਸਿਲਿਟੀਜ਼ ਅਵੇਲੇਬਲ ਨੇ। ਸੋ ਜਿਵੇਂ ਆਪਾਂ ਪਹਿਲਾਂ ਕਹਿ ਰਹੇ ਸੀ, ਪ੍ਰਾਇਮਰੀ ਹੈਲਥ ਕੇਅਰ ਸਿਸਟਮ ਹੈ ਜੋ ਕਿ ਫਸਟ ਲੈਵਲ ਆਫ ਹੈਲਥ ਕੇਅਰ ਹੁੰਦਾ, ਉਹਦੇ ਵੀ 2 ਕੰਪੋਨੈਂਟਸ ਹੁੰਦੇ ਨੇ। ਇੱਕ ਪ੍ਰੀਵੈਂਟੇਟਿਵ ਮੈਡੀਸਨ ਹੁੰਦੀ ਆ, ਜਿਹਦੇ 'ਚ ਕਿ ਆਪਾਂ ਬਿਮਾਰੀ ਲੱਗਣ ਤੋਂ ਪਹਿਲਾਂ ਉਹਨੂੰ ਪ੍ਰੀਵੈਂਟ ਕਰੀਏ, ਜਿਹਦੇ 'ਚ ਆਪਾਂ ਦੇਖਦੇ ਹਾਂ ਆਪਣੇ ਆਲੇ ਦੁਆਲੇ ਕਮਿਊਨਿਟੀਜ਼ ਦੇ ਵਿੱਚ ਕਮਿਊਨਿਟੀ ਸੈਂਟਰਸ ਨੇ, ਜਿੱਥੇ ਜਿਮਸ ਬਣਾਏ ਹੋਏ ਨੇ, ਪੂਲਸ ਬਣਾਏ ਹੋਏ ਨੇ, ਅਤੇ ਆਪਣੀ ਗਵਰਨਮੈਂਟ ਫੰਡਿੰਗ ਹੈਗੀ ਆ, ਅਤੇ ਕਮਿਊਨਿਟੀਜ਼ ਨੂੰ ਪੁਸ਼ ਕੀਤਾ ਜਾਂਦਾ ਜਾਂ ਐਟਲੀਸਟ ਪਤਾ ਅਵੇਅਰਨੈਸ ਹੈਗੀ ਆ ਵੀ ਇੱਥੇ ਜਾ ਕੇ ਤੁਸੀਂ ਕੋਈ ਸਪੋਰਟ ਐਕਟੀਵਿਟੀ 'ਚ ਇੰਗੇਜ ਕਰ ਸਕਦੇ ਹੋ ਜਾਂ ਕੁਛ ਹੋਰ। ਸੋ ਉਹਦੇ ਨਾਲ ਦੈਟ ਇਜ਼ ਅ ਪਾਰਟ ਆਫ ਦ ਹੈਲਥ ਕੇਅਰ ਸਿਸਟਮ ਇਫ ਯੂ ਥਿੰਕ, ਰਾਈਟ। ਪਰ ਫੰਡਿੰਗ ਉਹਨੂੰ ਹੈਲਥ ਕੇਅਰ 'ਚੋਂ ਨਹੀਂ ਆਉਂਦੀ, ਉਹਦੇ ਹੋਰ ਅਲੱਗ ਮਿਨਿਸਟਰੀਜ਼ ਨੇ। ਸੈਕਿੰਡ ਚੀਜ਼ ਹੈਗੀ ਆਪਣੇ ਪਹਿਲਾਂ 2017 ਤੱਕ ਲੋਕਲ ਹੈਲਥ ਇੰਟੀਗ੍ਰੇਟਿਡ ਨੈਟਵਰਕਸ ਹੁੰਦੇ ਸੀ, ਜਿਨ੍ਹਾਂ ਨੂੰ ਸ਼ਾਰਟ ਫਾਰਮ 'ਚ ਲਿੰਸ ਕਹਿੰਦੇ ਸੀ। ਦੇ ਵਰ ਅਬਾਊਟ 15 ਲਿੰਸ ਇਨ ਓਨਟਾਰੀਓ, ਯਾਨੀ ਕਿ ਉਹਨਾਂ ਨੂੰ ਜੂਰਿਸਡਿਕਸ਼ਨ ਵਾਈਜ਼ ਉਹਨਾਂ ਨੂੰ ਡਿਵਾਈਡ ਕੀਤਾ ਸੀ ਅਤੇ ਉਹਨਾਂ ਨੂੰ ਇੰਟੀਗ੍ਰੇਟ ਕੀਤਾ ਸੀਗਾ ਲੋਕਲ ਕਲੀਨਿਕਸ ਦੇ ਨਾਲ। ਸੋ ਜਿਵੇਂ ਅਗਰ ਮੈਂ ਇੱਕ ਫੈਮਿਲੀ ਫਿਜ਼ੀਸ਼ੀਅਨ ਹਾਂ ਅਤੇ ਮੈਂ ਆਪਣੇ ਹੋਰ 3-4 ਕੋਲੀਗਸ ਜੋ ਕਿ ਫੈਮਿਲੀ ਫਿਜ਼ੀਸ਼ੀਅਨਸ ਨੇ ਮੇਰੇ ਨੈਟਵਰਕ 'ਚ, ਮੇਰੇ ਏਰੀਆ 'ਚ ਨੇ, ਤਾਂ ਅਸੀਂ ਕੰਸੋਲੀਡੇਟ ਕਰਕੇ ਆਪਣੀ ਪ੍ਰੈਕਟਿਸ ਅਸੀਂ ਲਿਨ ਦੇ ਸਰਵਿਸਿਜ਼ ਦੇ ਅਧੀਨ ਹੋ ਕੇ ਗਵਰਨਮੈਂਟ ਦੀ ਫੰਡਿੰਗ ਲੈ ਕੇ ਕੁਛ ਪ੍ਰੋਗਰਾਮਸ ਉਹ 6-7 ਪ੍ਰੈਕਟੀਸ਼ਨਰਸ ਨੇ ਜਿਹੜੇ ਉਹ ਇਕੱਠੇ ਉਹ ਆਫਰ ਕਰ ਸਕਦੇ ਨੇ। ਉਹਦਾ ਨਾਮ ਉਹਨਾਂ ਨੇ ਚੇਂਜ ਕਰਤਾ, ਪਰ ਸਰਵਿਸਿਜ਼ ਉਹ ਹੈਗੀਆਂ ਨੇ। ਉਹਨੂੰ ਹੁਣ ਆਈ ਬਿਲੀਵ ਉਹਨੂੰ ਹੁਣ ਹੋਮ ਐਂਡ ਕਮਿਊਨਿਟੀ ਕੇਅਰ ਸਪੋਰਟ ਸਰਵਿਸਿਜ਼ ਕਹਿੰਦੇ ਆ, ਪਹਿਲਾਂ ਲਿਨ ਕਹਿੰਦੇ ਸੀ। ਸੋ ਉਹਦੇ ਵਿੱਚ ਕੀ ਅਵੇਲੇਬਲ ਹੈ। ਆਪਾਂ ਲੋਕਲ ਕਮਿਊਨਿਟੀਜ਼ ਦੇ ਵਿੱਚ ਅਗਰ ਕਿਸੇ ਨੂੰ ਫੋਰ ਐਗਜ਼ਾਮਪਲ ਕੋਈ ਬਜ਼ੁਰਗ ਹੈ ਜਿਨ੍ਹਾਂ ਦੇ ਗੋਡੇ ਰਿਪਲੇਸ ਹੋਏ ਨੇ, ਨੀ ਸਰਜਰੀ ਹੋਈ ਹੈ, ਨੀ ਰਿਪਲੇਸਮੈਂਟ ਸਰਜਰੀ ਹੋਈ ਹੈ, ਉਹਨਾਂ ਨੂੰ ਆਪਾਂ ਡਿਸਚਾਰਜ ਕਰਤਾ ਲੈਟਸ ਸੇ 1 ਦਿਨ ਬਾਅਦ, ਜੋ ਕਿ ਕਾਮਨ ਪ੍ਰੈਕਟਿਸ ਹੈ ਹੁਣ ਮੋਸਟ ਹਸਪੀਟਲਸ 'ਚ, ਤਾਂ ਉਹਨਾਂ ਨੂੰ ਹਜੇ ਹੈਲਥ ਕੇਅਰ ਦੀ ਮਤਲਬ ਹਜੇ ਉਹਨਾਂ ਨੂੰ ਸਪੋਰਟ ਦੀ ਜ਼ਰੂਰਤ ਹੈ, ਐਂਡ ਉਹਨਾਂ ਦੀ ਫੈਮਿਲੀ 'ਚ ਕੋਈ ਹੈ ਨਹੀਂ ਜਿਹੜੇ ਉਹਨਾਂ ਨੂੰ ਲੁੱਕ ਆਫਟਰ ਕਰ ਸਕਣ। ਤਾਂ ਆਪਣੇ ਕੋਲ ਫੈਸਿਲਿਟੀ ਹੈ ਕਿ ਆਪਾਂ ਇਸ ਸਿਸਟਮ ਨੂੰ ਯੂਜ਼ ਕਰਕੇ ਆਪਾਂ ਕੋਈ ਲੋਕਲ ਨਰਸ ਜੋ ਕਿ ਤੁਹਾਡੇ ਘਰੇ ਵਿਜ਼ਿਟ ਕਰੂਗੀ ਅਤੇ ਉਹਨਾਂ ਨੂੰ ਹੈਲਪ ਕਰੂਗੀ, ਉਹਨਾਂ ਨੂੰ ਵਾਸ਼ ਕਰਨ 'ਚ, ਕਲੀਨ ਕਰਨ 'ਚ, ਉਹਨਾਂ ਦੇ ਜੋ ਡੇ ਟੂ ਡੇ ਨੀਡਸ ਨੇ ਉਹਨਾਂ ਨੂੰ ਮੀਟ ਕਰਨ 'ਚ। ਸੋ ਇਸ ਤਰ੍ਹਾਂ ਦੀਆਂ ਫੈਸਿਲਿਟੀਜ਼ ਹੈ, ਪਰ ਆਪਾਂ ਨੂੰ ਕਾਫੀ ਲੋਕਾਂ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ, ਐਂਡ ਆਪਾਂ ਫਰਸਟਰੇਟ ਹੁੰਦੇ ਹਾਂ ਕਿ ਮੇਰੀ ਬਹੁਤ ਮੇਜਰ ਸਰਜਰੀ ਹੋਈ ਆ ਤਾਂ ਮੈਨੂੰ 1 ਦਿਨ ਬਾਅਦ ਹੀ ਡਿਸਚਾਰਜ ਕਰਤਾ। ਸੋ ਇਹਦਾ ਕੀ ਫਾਇਦਾ ਹੋਇਆ ਹੈ। ਤਾਂ ਮਤਲਬ ਇੰਡੀਆ 'ਚ ਤਾਂ ਫੋਰ ਐਗਜ਼ਾਮਪਲ ਹਫਤਾ ਨਹੀਂ ਡਿਸਚਾਰਜ ਕਰਦੇ, ਕਿਉਂਕਿ ਉੱਥੇ ਪ੍ਰਾਈਵੇਟ ਹੈ, ਤੁਸੀਂ ਆਪਣੀ ਜੇਬ 'ਚੋਂ ਪੇ ਕਰਕੇ ਕਰ ਰਹੇ ਹੋ। ਸੋ ਇੱਥੇ ਬੈਡਸ ਦੀ ਕਮੀ ਹੈ ਹੌਸਪੀਟਲਸ, ਸੋ ਉਹਨਾਂ ਨੇ ਉਸ ਚੀਜ਼ ਨੂੰ ਦੇਖ ਕੇ ਵੀ ਆਪਾਂ ਹੋਰ ਫੈਸਿਲਿਟੀਜ਼ ਦਿੱਤੀਆਂ ਨੇ। ਜਿਹੜੀ ਚੀਜ਼ ਆਪਾਂ ਘਰੇ ਰਹਿ ਕੇ ਕਰ ਸਕਦੇ ਹਾਂ, ਆਪਾਂ ਨੂੰ ਹੌਸਪੀਟਲ 'ਚ ਜ਼ਰੂਰਤ ਨਹੀਂ ਹੈ ਕਰਨ ਦੀ। ਸੋ ਇਸ ਤਰ੍ਹਾਂ ਦੀਆਂ ਹੋਰ ਵੀ ਨੇ। ਫੋਰ ਐਗਜ਼ਾਮਪਲ ਸਕੂਲਸ 'ਚ ਫੰਡਿੰਗ ਬਹੁਤ ਜਾਂਦੀ ਹੈ। ਹੁਣ ਆਪਣੇ ਪੈਰੈਂਟਸ ਨੂੰ, ਸਪੈਸ਼ਲੀ ਜਿਹੜੇ ਨਵੇਂ ਇਮੀਗ੍ਰੈਂਟ ਪੈਰੈਂਟਸ ਨੇ, ਉਹਨਾਂ ਨੂੰ ਮੇਬੀ ਕਾਫੀ ਲੋਕਾਂ ਨੂੰ ਨਹੀਂ ਪਤਾ, ਬਟ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਾਫੀ ਫੈਸਿਲਿਟੀਜ਼ ਅਵੇਲੇਬਲ ਹਨ। ਜਿੱਦਾਂ ਕਿ ਅਗਰ ਤੁਹਾਡੇ ਬੇਟੇ ਨੂੰ ਤੁਹਾਡੇ ਬੱਚੇ ਨੂੰ ਕਿਸੇ ਨੂੰ ਕੋਈ ਸਪੈਸ਼ਲ ਨੀਡ ਹੈ, ਜਾਂ ਫਿਰ ਅਗਰ ਸਪੈਸ਼ਲ ਨੀਡ ਹੈ ਨਹੀਂ ਵੀ ਹੈ, ਕੋਈ ਉੱਥੇ ਨਰਸਿਸ ਹੁੰਦੀਆਂ ਹਰ ਇੱਕ ਸਕੂਲਸ ਦੇ ਵਿੱਚ, ਉਹਨਾਂ ਨੂੰ ਤੁਸੀਂ ਕੰਸਲਟ ਕਰ ਸਕਦੇ ਹੋ। ਸੋ ਦੇਰ ਆਰ ਆਪਸ਼ਨਸ ਅਵੇਲੇਬਲ even in the schools for younger population. Similarly ਜਿਹੜੇ family health networks ਹਨ ਜੋ ਕਿ 4-4, 5-5, 6-6 ਫਿਜ਼ੀਸ਼ੀਅਨਸ ਨੇ, ਜਨਰਲ ਫਿਜ਼ੀਸ਼ੀਅਨਸ ਨੇ, ਉਹਨਾਂ ਨੇ ਆਪਣੀਆਂ ਪ੍ਰੈਕਟਿਸਿਸ ਕੰਸੋਲੀਡੇਟ ਕਰਕੇ ਉਹਨਾਂ ਨੇ ਗਵਰਨਮੈਂਟ ਉਹਨਾਂ ਨੂੰ ਫੰਡ ਕਰਦੀ ਹੈ। ਉਹ ਫੰਡਿੰਗ ਦੇ ਜਿਹੜੀ ਹੈ ਉਹਨਾਂ ਦੇ ਪ੍ਰੈਕਟਿਸਿਸ ਦੇ ਵਿੱਚ ਯੂਜ਼ ਹੁੰਦੀ ਹੈ। ਜਿੱਦਾਂ ਫੋਰ ਐਗਜ਼ਾਮਪਲ ਕਿਸੇ ਨੂੰ ਕਿਸੇ ਫੈਮਿਲੀ ਹੈਲਥ ਕੇਅਰ ਨੈਟਵਰਕ ਦੇ ਵਿੱਚ ਉਹਨਾਂ ਦੀ ਕਮਿਊਨਿਟੀ 'ਚ ਉਹਨਾਂ ਨੇ ਰੈਕਗਨਾਈਜ਼ ਕੀਤਾ ਕਿ ਸਰਟਨ ਏਜ ਗਰੁੱਪ ਦੇ ਵਿੱਚ ਰੈਸਪੀਰੇਟਰੀ ਸਾਹ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਨੇ,
ਤਾਂ ਉਹਨਾਂ ਕੋਲ ਫੰਡਿੰਗ ਹੈ ਅਤੇ ਉਹਨਾਂ ਨੇ ਕੁਛ ਐਂਬੂਲੇਟਰੀ ਬੈੱਡਸ ਅਰੇਂਜ ਕੀਤੇ ਹੋਏ ਨੇ, ਜਿਵੇਂ 10 ਬੈੱਡਸ ਨੇ ਫੋਰ ਐਗਜ਼ਾਮਪਲ। ਉੱਥੇ ਉਹ ਹੌਸਪੀਟਲ ਵਾਂਗੂ ਰੱਖਦੇ ਨਹੀਂ, ਤੁਹਾਨੂੰ ਓਵਰਨਾਈਟ ਨਹੀਂ ਸਟੇ ਕਰਦੇ, ਪਰ ਤੁਸੀਂ ਉੱਥੇ ਉਹਨਾਂ ਦੇ ਕੋਲ ਡਿਊਰਿੰਗ ਦ ਡੇ ਰਹਿ ਕੇ ਆਪਣਾ ਟਰੀਟਮੈਂਟ ਲੈ ਸਕਦੇ ਹੋ। ਲੈ ਕੇ ਫਿਰ ਉਹ ਤੁਹਾਨੂੰ ਘਰੇ ਭੇਜ ਦਿੰਦੇ ਨੇ। ਤੁਹਾਡੇ ਕੋਲ ਉੱਥੇ ਰੈਸਪੀਰੇਟਰੀ ਥੈਰੇਪਿਸਟ ਆ ਕੇ ਤੁਹਾਡੀ ਰੀਹੈਬ 'ਚ ਹੈਲਪ ਕਰੂਗੀ ਐਂਡ ਕਰਨਗੇ। ਐਂਡ ਹੋਰ ਇਹੋ ਜਿਹੀ ਬਹੁਤ ਫੈਸਿਲਿਟੀਜ਼ ਨੇ ਜੋ ਕਿ ਅੰਡਰ ਯੂਜ਼ਡ ਨੇ, ਆਪਣੀ ਕਮਿਊਨਿਟੀਜ਼ 'ਚ ਜ਼ਿਆਦਾ ਅਵੇਅਰਨੈਸ ਨਹੀਂ ਹੈ। ਸੋ ਆਈ ਥਿੰਕ ਇਸ ਚੀਜ਼ ਦੀ ਗੱਲਬਾਤ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇੱਕ ਹੋਰ ਬਹੁਤ ਅੰਡਰ ਯੂਟੀਲਾਈਜ਼ਡ ਸਰਵਿਸ ਹੈਗੀ ਹੈ ਜੋ ਕਿ ਟੈਲੀ ਹੈਲਥ ਹੈ। ਬਿਫੋਰ ਗੋਇੰਗ ਟੂ ਐਨੀ ਹੈਲਥ ਕੇਅਰ ਪ੍ਰੋਵਾਈਡਰ, ਇੱਕ 1-800 ਨੰਬਰ ਹੈ ਜੋ ਕਿ ਆਪਾਂ ਕੋਈ ਵੀ ਫੋਨ ਕਰਕੇ ਪੁੱਛ ਸਕਦੇ ਹਾਂ। ਐਂਡ ਉੱਥੇ ਐਕਸਪੀਰੀਅੰਸ ਨਰਸਿਸ ਨੇ, ਨਰਸ ਪ੍ਰੈਕਟੀਸ਼ਨਰਸ ਨੇ ਜੋ ਕਿ ਤੁਹਾਨੂੰ ਤੁਹਾਡੀ ਸਿੰਪਟਮਸ ਦੇ ਬੇਸ 'ਤੇ ਤੁਸੀਂ ਜੋ ਦੱਸਦੇ ਹੋ ਉਹਦੇ ਬੇਸ 'ਤੇ ਤੁਹਾਨੂੰ ਦੱਸ ਸਕਦੇ ਨੇ ਕਿ ਤੁਸੀਂ ਐਮਰਜੈਂਸੀ ਦੇ ਵਿੱਚ ਜਾਂ ਹੌਸਪੀਟਲ ਦੇ ਵਿੱਚ ਜਾਓ ਜਾਂ ਆਪਣੇ ਜਨਰਲ ਫਿਜ਼ੀਸ਼ੀਅਨ ਕੋਲ ਜਾਓ ਜਾਂ ਤੁਹਾਨੂੰ ਜ਼ਰੂਰਤ ਨਹੀਂ ਹੈ। ਐਂਡ ਉਹਨਾਂ ਕੋਲ ਪ੍ਰਿਸਕ੍ਰਾਈਬ ਕਰਨ ਦੀ ਵੀ ਫੈਸਿਲਿਟੀ ਹੈ। ਅੱਛਾ। ਹੋਰ ਇੱਕ ਚੀਜ਼ ਜਿਹੜੀ ਇੰਟਰੋਡਿਊਸ ਹੋਈ ਸੀਗੀ, ਨਰਸ ਪ੍ਰੈਕਟੀਸ਼ਨਰਸ ਨੂੰ ਗਵਰਨਮੈਂਟ ਨੇ ਅਥੋਰਿਟੀ ਦੇਤੀ ਸੀ ਵੀ ਤੁਸੀਂ ਕੁਛ ਬੇਸਿਕ ਪ੍ਰਾਇਮਰੀ ਲੈਵਲ ਦੀਆਂ ਜਿਹੜੀਆਂ ਬਿਮਾਰੀਆਂ ਨੇ, ਕਾਮਨ ਬਿਮਾਰੀਆਂ ਨੇ, ਉਹਨਾਂ ਬਾਰੇ ਤੁਸੀਂ ਪ੍ਰਿਸਕ੍ਰਿਪਸ਼ਨਸ ਲਿਖ ਸਕਦੇ ਹੋ। ਸੋ ਆਪਾਂ ਨੂੰ ਡਾਕਟਰਸ ਕੋਲ ਹਮੇਸ਼ਾ ਜਾਣ ਦੀ ਜ਼ਰੂਰਤ ਨਹੀਂ ਹੈ। ਦੇयर ਆਰ ਸਮ ਨਰਸ ਪ੍ਰੈਕਟੀਸ਼ਨਰਸ ਜੋ ਕਿ ਇਹ ਫੈਸਿਲਿਟੀਜ਼ ਪ੍ਰੋਵਾਈਡ ਕਰਦੀਆਂ ਨੇ। ਇਨ ਐਡੀਸ਼ਨ ਟੂ ਦੈਟ ਫਾਰਮਾਸਿਸਟ ਕੋਲ ਵੀ ਫੈਸਿਲਿਟੀਜ਼ ਹੈ, ਉਹ ਵੀ ਪ੍ਰਿਸਕ੍ਰਾਈਬ ਕਰ ਸਕਦੇ ਨੇ। ਜ਼ਿਆਦਾ ਕਿ ਜਦੋਂ ਕਿ ਕਾਫੀ ਫਾਰਮਾਸਿਸਟ ਇਹ ਕਰ ਨਹੀਂ ਰਹੇ, ਆਈ ਥਿੰਕ ਉਹ ਨਰਵਸ ਨੇ ਥੋੜ੍ਹੇ ਵੀ, ਅਸੀਂ ਇਸ ਚੀਜ਼ 'ਚ ਨਹੀਂ ਰਹਿਣਾ। ਮੈਂ ਦੇਖਿਆ ਉਹਨਾਂ ਦੇ ਕੰਮ 'ਤੇ ਵੀ ਫਰਕ ਪੈਂਦਾ ਹੋਣਾ ਨਾ, ਭੀੜ ਤੋਂ ਵੀ ਡਰਦੇ ਨੇ। ਹਾਂਜੀ, ਅਤੇ ਆਈ ਥਿੰਕ ਉਹਨਾਂ ਨੂੰ ਥੋੜ੍ਹੀ ਰਿਲੈਕਟੈਂਸ ਵੀ ਹੈ ਕਿ ਅਸੀਂ ਇਹ ਮਤਲਬ ਲਾਇਬਿਲਿਟੀ ਇਸ਼ੂ ਹੈ ਫੋਰ ਐਗਜ਼ਾਮਪਲ, ਬਟ ਉਹ ਵੀ ਇੱਕ ਐਵਨਿਊ ਕ੍ਰੀਏਟ ਕੀਤਾ ਗਿਆ ਸੀ, ਬਟ ਉਹ ਬਹੁਤ ਸਕਸੈਸਫੁਲ ਨਹੀਂ ਹੋਇਆ। ਮੈਂ ਕਾਫੀ ਫਾਰਮਾਸਿਸਟ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਵੀ ਅਸੀਂ ਕੰਫਰਟੇਬਲ ਨਹੀਂ ਫੀਲ ਕਰਦੇ। ਕੋਈ ਵੈਕਸੀਨ ਹੈ ਉਹ ਪ੍ਰਿਸਕ੍ਰਾਈਬ ਕਰ ਦੇਣਗੇ, ਪਰ ਕੋਈ ਓਰਲ ਕੋਈ ਮੈਡੀਸਨ ਹੈ ਉਹਨੂੰ ਉਹ ਨਹੀਂ ਪ੍ਰਿਸਕ੍ਰਾਈਬ ਕਰਦੇ। ਸੋ ਆਈ ਥਿੰਕ ਇਸ ਚੀਜ਼ ਨੂੰ ਜੇ ਸਮ ਅਪ ਕੀਤਾ ਜਾਵੇ ਤਾਂ ਆਪਾਂ ਨੂੰ ਥੋੜ੍ਹੀ ਆਪ ਵੀ ਐਫਰਟ ਕਰਕੇ ਲਰਨ ਕਰਨ ਦੀ ਜ਼ਰੂਰਤ ਹੈ ਵੀ ਸਾਡੇ ਕੋਲ ਆਸ-ਪਾਸ ਕੀ ਹੈਲਥ ਕੇਅਰ ਦੀਆਂ ਫੈਸਿਲਿਟੀਜ਼ ਅਵੇਲੇਬਲ ਹਨ। ਮੀਨਾਕਸ਼ੀ ਜੀ, ਕਾਰਤਿਕ ਦਾ ਇੱਕ ਮੈਸੇਜ ਹੈ ਕਿ ਅਵੇਅਰਨੈਸ ਦੀ ਗੱਲ ਹੋਈ ਸੀ ਕਿ ਸਾਡੇ ਸਿਸਟਮ ਦੇ 'ਚ ਇਹੋ ਜਿਹਾ ਵੀ ਹਿੱਸਾ ਹੈ ਜਿਹੜਾ ਕੁਛ ਪ੍ਰੋਬਲਮ ਸਾਡੀ ਅਵੇਅਰਨੈਸ ਦੀ ਕਮੀ ਕਰਕੇ ਨੇ, ਕਿ ਅਸੀਂ ਜਿਵੇਂ ਬੇਲੋੜਾ ਐਮਰਜੈਂਸੀ ਨੂੰ ਤੇ ਭਾਰ ਪਾਇਆ, ਅਤੇ ਹੋਰ ਬਹੁਤ ਸਾਰੀਆਂ ਸਰਵਿਸਿਜ਼ ਨੇ ਜਿਨ੍ਹਾਂ ਦੀ ਸਹੀ ਵਰਤੋਂ ਨਹੀਂ ਹੋ ਰਹੀ, ਜਿਵੇਂ ਤੁਸੀਂ ਟੈਲੀ ਹੈਲਥ ਦੀ ਐਗਜ਼ਾਮਪਲ ਦਿੱਤੀ ਹੈ। ਹਾਂਜੀ। ਅਤੇ ਅਵੇਅਰਨੈਸ ਦੇ ਮਾਮਲੇ 'ਚ ਕਾਰਤਿਕ ਕਹਿ ਰਹੇ ਨੇ ਕਿ ਜਿਹੜੀਆਂ NGOs ਨੇ ਉਹਨਾਂ ਕੋਲ ਬਹੁਤ ਫੰਡਿੰਗ ਜਾਂਦੀ ਹੈ, ਅਤੇ ਉਹ ਕੀ ਕਰਦੀਆਂ ਨੇ, ਉਹ ਜਿਹੜੀਆਂ NGOs ਨੇ ਉਹ ਜੇ ਠੀਕ ਹੈ ਕਿ ਜਿਹੜਾ ਨਾਟ ਫॉर ਪ੍ਰੋਫਿਟ ਸੈਕਟਰ ਹੈ, ਇਕੱਲਾ ਹੈਲਥ ਬਾਰੇ ਨਹੀਂ, ਹੋਰ ਉਹਨਾਂ ਦੇ ਬਹੁਤ ਸਾਰੇ ਕੰਮ ਨੇ, ਪਰ ਜਿਹੜਾ ਹੈਲਥ ਰਿਲੇਟਡ ਹੈ ਵੀ ਉਹਨਾਂ ਦਾ ਜਿਹੜਾ ਰੋਲ ਹੈ ਉਹ ਉਸ ਫੰਡਿੰਗ ਨੂੰ ਵੀ ਥੋੜ੍ਹਾ ਰਿਵਿਊ ਕਰਨ ਦੀ ਲੋੜ ਹੈ। ਬਹੁਤ ਅੱਛਾ ਕੁਐਸਚਨ ਕਾਰਤਿਕ ਜੀ ਤੁਹਾਡਾ। ਆਪਾਂ ਪਹਿਲਾਂ ਇਸ ਸੈਸ਼ਨ ਦੇ ਬਿਗਨਿੰਗ 'ਚ ਗੱਲ ਸ਼ੁਰੂ ਕੀਤੀ ਸੀ ਵੀ ਵੇਸਟੇਜ ਬਹੁਤ ਹੋ ਰਹੀ ਆ। ਆਈ ਥਿੰਕ ਰੈਡ ਟੇਪ ਬਹੁਤ ਜ਼ਿਆਦਾ ਵਾ, ਬਿਊਰੋਕਰੇਸੀ ਬਹੁਤ ਹੈ। NGOs ਮੈਜੋਰਿਟੀ ਆਫ ਦਾ ਟਾਈਮ ਇਹ ਦਿਖਾਉਣ 'ਚ ਲੱਗੇ ਹੋਏ ਵੀ ਹਾਂਜੀ ਅਸੀਂ ਇਹ ਕਾਰਵਾਈ ਕਰ ਲਈ, ਉਹਨਾਂ ਨੇ ਕਾਰਵਾਈ ਪਾਤੀ, ਕਾਗਜ਼ੀ ਕਾਰਵਾਈ ਹੋ ਗਈ ਅਤੇ ਮਿਨਿਸਟਰੀ ਨੂੰ ਇਹ ਇਨਫੋਰਮੇਸ਼ਨ ਰਿਪੋਰਟ ਭੇਜਤੀ ਕਿ ਅਸੀਂ ਇਹ ਚੀਜ਼ਾਂ ਕਰ ਰਹੇ ਹਾਂ। ਸੈਲਰੀਜ਼ 'ਚ ਬਹੁਤ ਪੈਸਾ ਜਾ ਰਿਹਾ, ਬਟ ਐਕਚੁਅਲੀ 50% ਔਰ ਲੈਸ ਜਿਹੜੇ ਕਮਿਊਨਿਟੀ ਸਰਵਿਸਿਜ਼ ਦੇ ਪ੍ਰੋਗਰਾਮਸ ਆ ਉਹਨਾਂ 'ਚ ਜਾ ਰਿਹਾ। ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਬੋਲ ਰਹੀ ਹਾਂ ਕਿਉਂਕਿ ਮੈਨੂੰ ਇਹ ਕੁਛ ਇਹੋ ਜਿਹੀ NGOs ਬਾਰੇ ਪਰਸਨਲੀ ਪਤਾ ਵਾ। ਆਈ ਥਿੰਕ ਆਪਣੀ ਜੋ ਮਿਨਿਸਟਰੀਜ਼ ਨੇ ਉਹਨਾਂ ਨੂੰ ਥੋੜ੍ਹੀ ਕਲੋਜ਼ ਆਈ ਦੀ ਜ਼ਰੂਰਤ ਹੈ, ਕਲੋਜ਼ ਵਾਚ ਦੀ ਜ਼ਰੂਰਤ ਹੈ ਵੀ ਅਸੀਂ ਕਿਸ ਤਰੀਕੇ ਨਾਲ ਆਪਣੇ ਫੰਡਸ ਐਲੋਕੇਟ ਕਰ ਰਹੇ ਹਾਂ ਅਤੇ ਫੰਡਸ ਕਿੱਥੇ ਜਾ ਰਹੇ ਨੇ, ਕਿੱਥੇ ਯੂਜ਼ ਹੋ ਰਹੇ ਨੇ, ਕਿ ਇਹ ਸਿਰਫ ਸਾਡਾ ਪੇਪਰ ਵਰਕ ਪੂਰਾ ਕਰਨ 'ਚ ਇੱਕ ਕਾਰਵਾਈ ਪਾਉਣ 'ਚ ਹੀ ਹੈ। ਉੱਧਰੋਂ ਵੀ ਗਵਰਨਮੈਂਟ ਵੱਲੋਂ ਵੀ ਕਾਰਵਾਈ ਹੈ ਕਿਉਂਕਿ ਉੱਥੇ ਵੀ ਸੈਲਰੀਜ਼ ਜਾ ਰਹੀਆਂ ਨੇ। ਸੋ ਜਿਹੜੀ ਆਪਣੇ ਕਹਿੰਦੇ ਨਾ ਪੰਜਾਬੀ 'ਚ, ਆਪਣੇ ਇੰਡੀਆ 'ਚ ਵਰਡ ਯੂਜ਼ ਕਰਦੇ ਹਾਂ ਬਾਬੂ ਸ਼ਾਹੀ ਦੇ ਵਿੱਚ ਆਪਾਂ ਬਹੁਤ ਟਾਈਮ ਅਤੇ ਮਨੀ ਵੇਸਟ ਕਰਦੇ ਹਾਂ, ਉਹ ਹੋ ਰਿਹਾ ਵਾ, ਓਨਟਾਰੀਓ 'ਚ ਵੀ ਹੋ ਰਿਹਾ ਵਾ। ਬੋਥ NGO ਲੈਵਲ 'ਤੇ ਵੀ ਅਤੇ ਮਿਨਿਸਟਰੀ ਦੇ ਲੈਵਲ 'ਤੇ ਵੀ ਆਪਾਂ ਸਿਰਫ ਉਹ ਸੈਲਰੀਜ਼ ਮੇਨਟੇਨ ਕਰ ਰਹੇ ਹਾਂ, ਜੋਬਸ ਮੇਨਟੇਨ ਕਰ ਰਹੇ ਹਾਂ। ਨਾਟ ਫॉर ਪ੍ਰੋਫਿਟ ਸੈਕਟਰ ਦੇ 'ਚ ਤਾਂ ਜ਼ਿਆਦਾਤਰ ਜਿੰਨੀ ਉਹਨਾਂ ਦੀ ਫੰਡਿੰਗ ਆ ਉਹਨਾਂ ਤੋਂ ਜ਼ਿਆਦਾ ਹਿੱਸਾ ਤਾਂ ਉਹਨਾਂ ਦੀ ਤਨਖਾਹਾਂ 'ਚ ਤੇ ਰੈਂਟ 'ਚ ਨਿਕਲ ਜਾਂਦਾ। ਬਿਲਕੁਲ ਸਹੀ ਗੱਲ ਆ। ਅਤੇ ਉਹੀ ਗਵਰਨਮੈਂਟਸ ਨੂੰ, ਸਪੈਸ਼ਲੀ ਓਨਟਾਰੀਓ ਗਵਰਨਮੈਂਟ ਨੂੰ ਰੀਕਨਸੀਡਰ ਕਰਨ ਦੀ ਜ਼ਰੂਰਤ ਹੈ ਵੀ ਇਹ NGOs ਨੂੰ ਅਸੀਂ ਫੰਡ ਤਾਂ ਕਰ ਰਹੇ ਹਾਂ, ਪਰ ਇਹਦਾ ਕਿੰਨਾ ਪਰਸੈਂਟੇਜ, ਵਾਟ ਇਜ਼ ਮਾਈ ਰਿਟਰਨ ਔਨ ਇਨਵੈਸਟਮੈਂਟ, ਆਪਾਂ ਸਿੰਪਲ ਬਿਜ਼ਨਸ ਟਰਮ 'ਚ ਗੱਲ ਕਰੀਏ। ਪੋਲੀਟੀਸ਼ੀਅਨਾਂ ਨੂੰ ਵੀ ਇਹ ਸੂਟ ਕਰਦਾ। ਪੋਲੀਟੀਸ਼ੀਅਨਾਂ ਕੋਲ ਐਸਾ ਟੂਲ ਹੈ
ਕਿ ਆਪਣੇ ਸਪੋਰਟਰਾਂ ਨੂੰ ਗ੍ਰਾਂਟਸ ਅਨਾਉਂਸ ਕਰੋ, ਫੰਡਿੰਗ ਅਨਾਉਂਸ ਕਰੋ, ਤੇ ਉਹਦੇ ਨਾਲ ਇੱਕ ਸਰਕਾਰੀ ਪੈਸਾ ਆਪਣੇ ਸਪੋਰਟਰਾਂ ਨੂੰ ਦੇਣ ਦਾ ਇੱਕ ਟੂਲ ਬਣ ਚੁੱਕਿਆ ਕਰਪਸ਼ਨ ਦਾ। ਉਹੀ ਉਹ ਸਾਊਂਡ ਬਾਈਟਸ ਵਾਲੀ ਗੱਲ ਆ, ਆਪਾਂ ਆਪਣੇ ਸਿਰਫ ਕਨਸਟੀਟੂਐਂਟਸ ਨੂੰ, ਆਪਣੀ ਕਨਸਟੀਟੂਐਂਸੀਜ਼ ਨੂੰ ਸੈਟਿਸਫਾਈ ਕਰ ਰਹੇ ਹਾਂ ਇੱਕ ਸਾਊਂਡ ਬਾਈਟ ਦੇ ਕੇ ਕਿ ਹਾਂਜੀ ਇੰਨੇ ਦੀ ਫੰਡਿੰਗ ਅਸੀਂ ਲੈ ਆਏ ਹਾਂ ਆਪਣੇ ਕਮਿਊਨਿਟੀ 'ਚ ਥਰੂ ਦਿਸ NGO, ਥਰੂ ਦੈਟ NGO, ਪਰ ਉਹ ਫੰਡਿੰਗ ਬਹੁਤ ਵੇਸਟ ਹੋ ਰਹੀ ਆ। ਐਕਚੁਅਲੀ ਉਹ ਫੰਡਿੰਗ ਹੋ ਕਿੱਦਾਂ ਰਹੀ ਯੂਜ਼, ਉਹ ਕੋਈ ਉਹਦੇ ਬਾਰੇ ਡਿਸਕਸ ਕਰਨ ਨੂੰ ਤਿਆਰ ਨਹੀਂ, ਜਾਂ ਉਹਨੂੰ ਰੀਵਿਊ ਜਾਂ ਰੀਵੈਂਪ ਕਰਨ ਨੂੰ ਵੀ ਤਿਆਰ ਨਹੀਂ, ਕਿਸੇ ਦਾ ਉਸ ਪਾਸੇ ਡਿਸਕਸ਼ਨ ਕਰਨ ਨੂੰ ਵੀ ਕੋਈ ਐਫਰਟ ਨਹੀਂ ਹੈ। ਜੇ ਡਿਸਕਸ਼ਨ ਜੇ ਹੋਵੇ ਵੀ, ਕਿਉਂਕਿ ਐਸੀ ਵੱਡੀ ਲੌਬੀ ਹੈ ਤੇ ਇਸ ਤਰ੍ਹਾਂ ਦੇ ਨਾਲ ਇਹਨਾਂ ਨੇ ਹੋਰ ਗਰੁੱਪ ਖੜੇ ਕੀਤੇ ਨੇ, ਫਿਰ ਉਹ ਰੌਲਾ, ਫਿਰ ਇਹ ਸਿਟੀਜ਼ਨ ਦੇ ਬਿਹਾਫ ਤੇ ਵੀ ਆਪ ਹੀ ਬੋਲਣ ਲੱਗ ਜਾਂਦੇ ਨੇ ਕਿ ਜੀ ਇਹ ਤਾਂ ਜੀ ਸਿਟੀਜ਼ਨ ਦੇ ਹੱਕ ਖੋਏ ਜਾ ਰਹੇ ਨੇ, ਉਹਨਾਂ ਦਾ ਇਹ ਹੋ ਰਿਹਾ। ਇਹਨਾਂ ਨੇ ਆਪਣੀ ਇੱਕ ਹੋਰ ਬਾਡੀਜ਼ ਖੜੀਆਂ ਕੀਤੀਆਂ, ਫਿਰ ਇਸ ਤਰ੍ਹਾਂ ਦੀਆਂ ਆਰਗੇਨਾਈਜੇਸ਼ਨ ਨੇ ਜਿਹੜੀਆਂ ਸਰਵੇ ਸਪੋਂਸਰ ਕਰਦੀਆਂ, ਫਿਰ ਉਹ ਸਰਵੇ ਕਰਕੇ ਦਿਖਾ ਦਿੱਤਾ ਜਾਂਦਾ ਕਿ ਮਤਲਬ ਜਿਹੜਾ ਓਪੀਨੀਅਨ ਪਬਲਿਕ ਦਾ ਇਹ ਹੈ। ਸੋ ਇਸ ਕਿਸਮ ਦਾ ਇੱਕ ਲੌਬੀ ਨੇ ਪੂਰਾ ਹਾਈਜੈਕ ਕੀਤਾ ਹੋਇਆ ਸਿਸਟਮ। ਹਾਂਜੀ, ਮੈਨੂੰ ਹੁਣ ਇੱਕ ਚੀਜ਼ ਰਿਮਾਈਂਡ ਹੋ ਰਹੀ ਹੈ, ਜਦੋਂ ਕਹਿੰਦੇ ਇਹਨੂੰ, ਜਦੋਂ ਪਬਲਿਕ ਸੈਕਟਰ 'ਚ ਬਹੁਤ ਜ਼ਿਆਦਾ ਇੱਕ ਤਰ੍ਹਾਂ ਦੀ ਕਰਪਸ਼ਨ ਕਹਿ ਸਕਦੇ ਹਾਂ ਆਪਾਂ, ਮਤਲਬ ਕਰਪਸ਼ਨ ਸਿਰਫ ਇੱਕ ਤਰੀਕੇ ਦੀ ਨਹੀਂ ਹੁੰਦੀ ਕਿ ਤੁਸੀਂ ਕਿਸੇ ਤੋਂ ਪੈਸਾ ਅੰਡਰ ਦ ਟੇਬਲ ਲਿਆ ਜਾਂ ਕਿਕ ਬੈਕ ਲਈ। ਕਰਪਸ਼ਨ ਦਾ ਮਤਲਬ ਇਹ ਵੀ ਹੁੰਦਾ ਕਿ ਤੁਸੀਂ ਵੇਸਟ ਕਰ ਰਹੇ ਹੋ ਪਬਲਿਕ ਮਨੀ ਨੂੰ। ਦੈਟ ਇਜ਼ ਆਲਸੋ ਅ ਫਾਰਮ ਆਫ ਕਰਪਸ਼ਨ ਇਨ ਮਾਈ ਵਿਊ। ਅਤੇ ਬਹੁਤ ਸ਼ਰਮਨਾਕ ਗੱਲ ਆ ਕਿ ਆਪਾਂ ਇੱਕ ਫਸਟ ਵਰਲਡ ਕੰਟਰੀ 'ਚ, ਡਿਵੈਲਪਡ ਨੇਸ਼ਨ 'ਚ ਆ, ਅਤੇ ਉੱਥੇ ਕੋਈ ਵੀ ਇਸ ਚੀਜ਼ ਨੂੰ ਐਫਰਟ ਲੈਣ ਨੂੰ ਤਿਆਰ ਨਹੀਂ ਹੈ ਕਿ ਅਸੀਂ ਇਹ ਫੰਡਿੰਗ ਨੂੰ ਕਿਸ ਤਰ੍ਹਾਂ ਜੁਡੀਸ਼ਲੀ ਯੂਜ਼ ਕਰਨਾ। ਕਾਰਪੋਰੇਸ਼ਨਸ ਤੋਂ ਦੇਖਿਆ ਜਾਵੇ, ਸਿੱਖਿਆ ਜਾਵੇ, ਪ੍ਰਾਈਵੇਟ ਸੈਕਟਰ ਤੋਂ ਸਿੱਖਿਆ ਜਾਵੇ, ਤਾਂ ਜੇ ਉਹ $1 ਇਨਵੈਸਟ ਕਰਦੇ ਨੇ ਆਪਣਾ ਕਿਸੇ ਕੰਮ ਵਾਸਤੇ, ਤਾਂ ਉਹਦਾ ਉਹ ਰਿਟਰਨ ਔਨ ਇਨਵੈਸਟਮੈਂਟ ਮੰਗਦੇ ਨੇ ਵੀ ਅਗਰ ਮੈਂ $1 ਇਸ ਚੀਜ਼ 'ਤੇ, ਮਾਰਕੀਟਿੰਗ 'ਤੇ ਸਪੈਂਡ ਕੀਤਾ, ਤਾਂ ਮੇਰਾ ਰਿਟਰਨ ਔਨ ਇਨਵੈਸਟਮੈਂਟ ਕੀ ਹੋਊਗਾ, ਮੇਰਾ ਆਊਟਪੁੱਟ ਕੀ ਹੈ। ਆਪਣੀ ਇੱਥੇ ਕੋਈ ਮੈਜਰ ਹੀ ਨਹੀਂ ਹੈ। ਆਪਾਂ ਟੈਕਸਿਸ ਵਧਾਈ ਜਾਂਦੇ ਹਾਂ, ਟੈਕਸਿਸ ਇਕੱਠੇ ਕਰੀ ਜਾਂਦੇ ਹਾਂ, ਬਟ ਆਪਾਂ ਆਊਟਪੁੱਟ ਤਾਂ ਦੇਖ ਹੀ ਨਹੀਂ ਰਹੇ, ਮੈਜਰ ਹੀ ਨਹੀਂ ਕਰ ਰਹੇ। ਸਿਰਫ ਆਪਾਂ ਇਹ ਦੇਖ ਰਹੇ ਹਾਂ ਕਿ ਸਾਡੇ ਵੇਟ ਟਾਈਮਸ ਨੇ ਜਿਹੜੇ ਉਹ 5.5 ਆਵਰਸ ਸੀਗੇ ਐਵਰੇਜ ਓਨਟਾਰੀਓ 'ਚ, ਹੁਣ ਦੇਖੋ ਕਿੰਨਾ ਬਾਇਸਡ ਇਹ ਇੱਕ ਤਰ੍ਹਾਂ ਦਾ ਇੰਡੀਕੇਟਰ ਹੈ ਜਾਂ ਇੱਕ ਸਟੈਟਿਸਟੀਕਲ ਪੁਆਇੰਟ ਹੈ। ਵੇਟ ਟਾਈਮ ਪੂਰੇ ਓਨਟਾਰੀਓ 'ਚ, ਹੁਣ ਓਨਟਾਰੀਓ ਦੇ ਵਿੱਚ ਸਡਬਰੀ ਵੀ ਆਉਂਦਾ, ਓਨਟਾਰੀਓ 'ਚ ਬਰੈਂਪਟਨ ਵੀ ਆਉਂਦਾ। ਹੁਣ ਸਡਬਰੀ ਦੀ ਪਾਪੂਲੇਸ਼ਨ ਅਤੇ ਬਰੈਂਪਟਨ ਦੀ ਪਾਪੂਲੇਸ਼ਨ ਦਾ ਕੀ ਕੰਪੈਰੀਜ਼ਨ ਹੈ? ਕੋਈ ਕੰਪੈਰੀਜ਼ਨ ਹੀ ਨਹੀਂ ਹੈ। ਹੁਣ ਔਨ ਐਨ ਐਵਰੇਜ ਜਿਹੜੇ ਮੋਸਟ ਪਾਪੂਲਸ ਸਿਟੀਜ਼ ਨੇ, ਚਾਹੇ ਬਰੈਂਪਟਨ ਆ, ਚਾਹੇ ਟੋਰਾਂਟੋ ਹੈ, ਉਹ ਤਾਂ 2-3 ਹੀ ਸ਼ਹਿਰ ਨੇ, ਬਾਕੀ ਤਾਂ ਜਿਹੜੇ ਸ਼ਹਿਰ ਨੇ ਇੰਨੇ ਪਾਪੂਲਸ ਹੈ ਹੀ ਨਹੀਂ, ਉੱਥੇ ਇੰਨੀ ਪਾਪੂਲੇਸ਼ਨ ਹੈ ਹੀ ਨਹੀਂ। ਸੋ ਓਬਵੀਅਸਲੀ ਉਹਨਾਂ ਨੇ ਜਿਹੜੀ ਓਵਰਆਲ ਐਵਰੇਜ ਹੈ ਵੇਟ ਟਾਈਮਸ ਦੀ, ਉਹ ਘਟਾਉਣੀ ਆ। ਹੁਣ ਤੁਸੀਂ ਇਹ ਦੱਸੋ ਵੀ ਬਰੈਂਪਟਨ ਦੀ ਤਾਂ ਨਹੀਂ ਘਟੀ, ਟੋਰਾਂਟੋ ਦੀ ਐਵਰੇਜ ਦੱਸਦੀ, ਜਿਵੇਂ ਹਾਊਸਿੰਗ ਵਾਲੇ ਕਰਦੇ ਹੁੰਦੇ ਨੇ ਕਿ ਘਰਾਂ ਦੀ ਹਾਊਸਿੰਗ ਐਵਰੇਜ ਪ੍ਰਾਈਸ ਇੰਨੀ ਹੈ। ਹਾਂਜੀ, ਅਤੇ ਉਹ ਆਪਾਂ ਨੂੰ ਰਿਪੋਰਟ ਕਾਰਡ ਦਿਖਾਤਾ, ਦੇਖੋ ਜੀ ਅਸੀਂ ਕੰਮ ਕਰ ਰਹੇ ਹਾਂ। ਸਾਡੀ ਪਹਿਲਾਂ 7 ਘੰਟੇ 8 ਘੰਟੇ ਹੁੰਦੀ ਸੀ, ਹੁਣ 5.5 ਹੋ ਗਈ। ਯਾਨੀ ਕਿ ਅਸੀਂ ਆਪਣੇ ਜਿਹੜੇ ਸੈੱਟ ਕੀਤੇ ਹੋਏ ਗੋਲ ਸੀਗੇ, ਪੈਰਾਮੀਟਰ ਸੀਗੇ, ਉਹ ਮੀਟ ਕਰ ਲਏ, ਜੋ ਕਿ ਇਨ ਅ ਵੇ ਇਟ ਇਜ਼ ਅਗੈਨ ਇਟਸ ਅ ਬਾਇਸਡ ਫਿਗਰ, ਇਟਸ ਅ ਰੋਂਗ ਫਿਗਰ। ਇਹ ਡੈਮੋਨਸਟ੍ਰੇਟ ਨਹੀਂ ਕਰਦਾ, ਕਿਉਂਕਿ ਇੱਕ ਆਮ ਇਨਸਾਨ, ਜੇ ਮੈਂ ਬਰੈਂਪਟਨ ਸਿਵਿਕ 'ਚ ਜਾਣਾ ਵਾ ਕੋਈ ਐਮਰਜੈਂਸੀ ਸਿਚੁਏਸ਼ਨ 'ਚ, ਮੈਨੂੰ ਤਾਂ ਓਨਾ ਹੀ ਟਾਈਮ ਲੱਗ ਰਿਹਾ ਜੋ ਮੈਨੂੰ ਪਹਿਲਾਂ ਲੱਗ ਰਿਹਾ ਸੀ। ਮੇਰੀ ਤਾਂ ਲਾਈਫ ਸਟਾਈਲ 'ਚ ਕੋਈ ਚੇਂਜ ਨਹੀਂ ਹੋਇਆ। ਮੀਨਾਕਸ਼ੀ ਜੀ, ਆਖਰ ਦੇ 'ਚ ਜੇ ਸਾਰੀ ਗੱਲ ਨੂੰ ਆਪਾਂ ਹੁਣ ਖਤਮ ਕਰਨਾ ਹੋਏ, ਕੁਛ ਵੱਡੀਆਂ ਚੀਜ਼ਾਂ ਜਿਨ੍ਹਾਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ, ਜਿਨ੍ਹਾਂ ਬਾਰੇ ਖੁੱਲ੍ਹ ਕੇ ਅੱਗੇ ਫਰਦਰ ਗੱਲਬਾਤ ਹੋਣੀ ਚਾਹੀਦੀ ਹੈ। ਆਈ ਥਿੰਕ ਕੁਛ ਪ੍ਰੈਕਟੀਕਲ ਸੋਲਿਊਸ਼ਨਸ ਨੇ, ਬਹੁਤ ਸਿੰਪਲ। ਹੁਣ ਜਿਵੇਂ ਆਪਣੇ ਕੋਲ ਸਿਰਫ 17 ਮੈਡੀਕਲ ਸਕੂਲਸ ਨੇ ਪੂਰੇ ਕੈਨੇਡਾ 'ਚ, ਐਂਡ ਆਪਣੀ ਪਾਪੂਲੇਸ਼ਨ ਇੰਨੀ ਜ਼ਿਆਦਾ ਗਰੋ ਕਰ ਰਹੀ ਆ। ਆਪਣੇ ਹੋਮ ਗਰੋਨ ਸਟੂਡੈਂਟਸ ਜੋ ਕਿ ਅੰਡਰ ਗ੍ਰੈਜੂਏਸ਼ਨ ਇੱਥੇ ਕਰਕੇ, ਇੱਥੇ ਟੈਕਸਿਸ ਭਰ ਕੇ, ਇੱਥੇ ਟਿਊਸ਼ਨਸ ਦੇ ਕੇ ਕਰੀਬੀਅਨ 'ਚ ਜਾਂਦੇ ਨੇ, ਆਸਟ੍ਰੇਲੀਆ ਜਾਂਦੇ ਨੇ ਜਾਂ ਯੂਰਪ 'ਚ ਜਾਂਦੇ ਨੇ ਮੈਡੀਕਲ ਪੜ੍ਹਨ, ਫਿਰ ਉਹਨਾਂ ਨੂੰ ਐਂਟਰੀ ਨਹੀਂ ਮਿਲਦੀ ਵਾਪਸ ਕੈਨੇਡਾ 'ਚ। ਫਿਰ ਉਹ ਜਾਂਦੇ ਨੇ USA ਦੇ ਵਿੱਚ, ਉੱਥੇ ਆਪਣੇ USMLEs ਲਿਖ ਕੇ, ਫਿਰ ਉਹ ਕਿਸੇ ਹੌਸਪੀਟਲ 'ਚ ਰੈਜ਼ੀਡੈਂਸੀ ਕਰਕੇ ਅਤੇ ਫਿਰ ਉਹ ਡਾਕਟਰ ਬਣਦੇ ਨੇ। ਜਿਹੜੇ ਐਗਜ਼ਿਸਟਿੰਗ ਆਪਣੇ ਯੂਨੀਵਰਸਿਟੀਜ਼ ਨੇ, ਜਿੱਥੇ ਆਲਰੇਡੀ ਇਨਫਰਾਸਟਰਕਚਰ ਹੈਗਾ, ਜਿੱਥੇ ਮੋਸਟ ਆਫ ਯੂਨੀਵਰਸਿਟੀਜ਼ 'ਚ ਸਾਇੰਸ ਡਿਪਾਰਟਮੈਂਟਸ ਹੈਗੇ ਨੇ, ਕਿਉਂ ਨਹੀਂ ਉੱਥੇ ਮੈਡੀਕਲ ਸਕੂਲਸ ਖੋਲ੍ਹੇ ਜਾ ਰਹੇ? ਹੋਰ ਕਿੰਨੀ ਕੁ ਹੈਵੀ ਲਿਫਟ ਆ ਉਹ। ਨੰਬਰ ਆਫ ਡਾਕਟਰਸ ਜਿਹੜੇ ਆਪਣੇ ਕੋਲ ਘੱਟ ਨੇ, ਪਹਿਲਾਂ ਤਾਂ ਹੋਮ ਗਰਾਊਂਡ ਡਾਕਟਰਸ ਬਣਾਓ। ਆਪਾਂ ਬਾਹਰੋਂ ਡਾਕਟਰਸ ਬੁਲਾ ਰਹੇ ਹਾਂ ਜੋ ਕਿ ਆਪਣੇ ਜਿਵੇਂ ਹੁਣ ਯੂਨੀਵਰਸਿਟੀ ਆਫ ਟੋਰਾਂਟੋ ਆ, ਉਹ ਆਪਣੀਆਂ 100 to 150 ਸੀਟਸ ਨੇ ਜਿਹੜੀਆਂ ਰੈਜ਼ੀਡੈਂਸੀ ਪ੍ਰੋਗਰਾਮਸ ਦੀਆਂ ਮਿਡਲ ਈਸਟ ਨੂੰ ਦਿੰਦੇ ਨੇ, ਰਾਈਟ। ਅਤੇ ਮਿਡਲ ਈਸਟ ਉਹਨੂੰ ਪੇ ਕਰਦਾ ਵਾ, ਫ੍ਰੀ 'ਚ ਨਹੀਂ ਦਿੰਦੇ, ਪੇ ਕਰਕੇ ਲੈ ਕੇ ਜਾਂਦੇ ਆ, ਐਂਡ ਉਹ ਟ੍ਰੇਨਿੰਗ ਲੈ ਕੇ ਵਾਪਸ ਆਪਣੀ ਕੰਟਰੀਜ਼ 'ਚ ਜਾ ਰਹੇ ਨੇ। ਉਹ ਕਿਉਂ ਨਹੀਂ ਫ੍ਰੀ ਅਪ ਕਰਦੇ?
ਜਾਂ ਫਿਰ ਹੋਰ ਉਹਨੀਆਂ ਸੀਟਸ ਆਪਣੇ ਲੋਕਲ ਇੱਥੇ ਜਿਹੜੇ ਇਮੀਗ੍ਰੈਂਟਸ ਆਏ ਨੇ ਉਹਨਾਂ ਨੂੰ ਦਿਓ। ਆਪਣੇ ਕੋਲ ਇੰਨਾ ਟੈਲੈਂਟ ਆ, ਆਪਾਂ ਹਰ ਵਾਰੀ ਇਹ ਗੱਲਾਂ ਆਪਾਂ ਸੁਣਦੇ ਹਾਂ। ਕਾਲਜਾਂ 'ਚ ਤਾਂ ਸਟੂਡੈਂਟ ਬੁਲਾ ਰਹੇ ਹਾਂ, ਇਸ ਵਾਸਤੇ ਫੋਰਨ ਸਟੂਡੈਂਟ ਇਸ ਸ਼ਰਤ ਤੇ ਬੁਲਾ ਲਓ ਕਿ ਇੱਥੇ ਹੀ ਉਹ ਸੈਟਲ ਹੋਣਗੇ। ਐਗਜ਼ੈਕਟਲੀ। ਤੇ ਬਹੁਤ ਸਿੰਪਲ ਤੇ ਪ੍ਰੈਕਟੀਕਲ ਅਪਰੋਚ ਹੈ। ਆਪਣੀ ਜਿਹੜੀ ਡਿਮਾਂਡ ਸਪਲਾਈ ਦੀ ਇਸ਼ੂ ਹੈ ਕਿ ਆਪਣੇ ਹੈਲਥ ਕੇਅਰ ਵਰਕਰਸ ਘੱਟ ਨੇ, ਸਪੈਸ਼ਲੀ ਸਪੈਸ਼ਲਿਸਟਸ ਤੇ ਜਨਰਲ ਫਿਜ਼ੀਸ਼ੀਅਨਸ ਬਹੁਤ ਘੱਟ ਨੇ। ਉਹਨਾਂ ਦਾ ਨੰਬਰ ਕਿੱਦਾਂ ਵਧਾਇਆ ਜਾਊਗਾ? ਜਾਂ ਤੁਸੀਂ ਲੋਕਲ ਆਪਣੇ ਹੋਮ ਗਰੋਨ ਜਿਹੜੀ ਸਿਟੀਜ਼ਨਸ ਆ ਉਹਨਾਂ 'ਚੋਂ ਡਾਕਟਰਸ ਬਣਾਓ, ਉੱਥੋਂ ਪ੍ਰੋਡਿਊਸ ਕਰੋ, ਜਾਂ ਫਿਰ ਬਾਹਰੋਂ ਬੁਲਾਓ, ਜਾਂ ਫਿਰ ਦੋਨੋਂ ਚੀਜ਼ਾਂ ਕਰੋ, ਤਾਂ ਤੁਹਾਡੀ ਉਹ ਗੈਪ ਆ ਜਿਹੜੀ ਖਤਮ ਹੋਊਗੀ। ਪਰ ਉਹ ਹੋਣੀ ਨਹੀਂ। ਕਿਉਂਕਿ ਆਪਣੀ ਜਿਹੜੀਆਂ ਮੈਡੀਕਲ ਐਸੋਸੀਏਸ਼ਨਸ ਨੇ ਉਹਨਾਂ ਦੀ ਬਹੁਤ ਸਟਰੋਂਗ ਲੌਬੀ ਆ, ਉਹ ਇਹ ਚੀਜ਼ਾਂ ਓਪਨ ਨਹੀਂ ਹੋਣ ਦਿੰਦੀਆਂ। ਅਤੇ ਆਈ ਥਿੰਕ ਉੱਥੇ ਆਪਣੇ ਜਿਹੜੇ ਰੈਗੂਲੇਟਰ ਆ ਉਹਨਾਂ ਨੂੰ ਪੁਸ਼ਬੈਕ ਦੀ ਲੋੜ ਹੈ। ਅਤੇ ਜਿੰਨੀ ਦੇਰ ਤੱਕ ਉਹ ਪੁਸ਼ਬੈਕ ਨਹੀਂ ਹੁੰਦਾ ਉਨੀ ਦੇਰ ਤੱਕ ਇਹ ਚੀਜ਼ ਰਿਜ਼ੋਲਵ ਨਹੀਂ ਹੋਣੀ। ਸੋ ਦੈਟਸ ਪੁਆਇੰਟ ਨੰਬਰ 1। ਨੰਬਰ 2, ਆਪਣੇ ਜਿਹੜੇ ਅੰਡਰ ਯੂਟੀਲਾਈਜ਼ਡ ਆਲਰੇਡੀ ਐਗਜ਼ਿਸਟਿੰਗ ਹੌਸਪੀਟਲ ਇਨਫਰਾਸਟਰਕਚਰਸ ਨੇ ਉਹਨਾਂ ਨੂੰ ਦੇਖਿਆ ਜਾਵੇ ਕਿ ਕਿੱਥੇ ਲੀਕੇਜ ਹੋ ਰਹੀ ਆ, ਉਹ ਰੀਅਸੈਸ ਕਰਨ ਦੀ ਲੋੜ ਆ। ਆਪਣੇ ਕੋਲ ਆਮਸਮਨ ਹੈ ਓਨਟਾਰੀਓ ਦੇ ਵਿੱਚ, ਦੇ ਨੀਡ ਟੂ ਰਿਵਿਊ। ਇਟਸ ਅ ਵੈਰੀ ਸੀਨੀਅਰ ਪੋਜੀਸ਼ਨ। ਉਹਨਾਂ ਦਾ ਕੰਮ ਹੀ ਇਹ ਆ ਵੀ ਐਫੀਸ਼ੀਐਂਸੀਜ਼ ਲਿਆਉਣਾ। ਉਹ ਸਿਰਫ ਪੇਪਰ ਵਾਈਜ਼ ਰਿਪੋਰਟਸ ਲਿਖ ਕੇ ਵੀ ਓਕੇ ਮੈਂ 3 ਸਾਲ ਦੀ ਰਿਪੋਰਟ ਪ੍ਰਿਪੇਅਰ ਕਰਕੇ ਟੇਬਲ ਕਰਤੀ ਮਿਨਿਸਟਰੀ ਨੂੰ, ਉਹ ਨਹੀਂ। ਪ੍ਰੈਕਟੀਕਲ ਸਟੈਪਸ ਕੀ ਲੈ ਰਹੇ ਹੋ ਤੁਸੀਂ, ਐਫੀਸ਼ੀਐਂਸੀਜ਼ ਕਿੱਦਾਂ ਲਿਆ ਰਹੇ ਹੋ ਆਪਣੇ ਹੌਸਪੀਟਲਸ ਦੇ ਵਿੱਚ। ਹੌਸਪੀਟਲਸ ਮੋਸਟਲੀ ਪ੍ਰਾਈਵੇਟ ਨੇ, ਜਿਵੇਂ ਆਪਣੇ ਬਰੈਂਪਟਨ ਸਿਵਿਕ ਨੇ, ਜਾਂ ਫਿਰ ਆਪਣੇ ਜਿਹੜੇ ਰੂਜ ਜਿਹੜੇ ਹੌਸਪੀਟਲ ਨੈਟਵਰਕਸ ਨੇ, ਹੰਬਰ ਵੈਲੀ ਹੈ, ਇਹ ਸਾਰੇ ਪ੍ਰਾਈਵੇਟ ਹੌਸਪੀਟਲਸ ਨੇ ਬਟ ਨਾਟ ਫॉर ਪ੍ਰੋਫਿਟ ਨੇ। ਇਹ ਮੋਸਟਲੀ ਆਪਣੀ ਫੰਡਿੰਗ ਆਪ ਇਕੱਠੀ ਕਰਦੇ ਨੇ ਥਰੂ ਵੇਰੀਅਸ ਚੈਰਿਟੀਜ਼ ਐਂਡ ਥਰੂ ਵੇਰੀਅਸ ਫੰਡ ਰੇਜ਼ਿੰਗ ਪ੍ਰੋਗਰਾਮਸ, ਐਂਡ ਕੁਛ ਪਰਸੈਂਟੇਜ ਇਹਨਾਂ ਨੂੰ ਗਵਰਨਮੈਂਟ ਵੱਲੋਂ ਮਿਲਦੀ ਹੈ, ਬੋਥ ਫੈਡਰਲ ਐਂਡ ਪ੍ਰੋਵਿੰਸ਼ੀਅਲ। ਹੁਣ ਇਹ ਜਿਹੜੇ ਹੌਸਪੀਟਲਸ ਨੇ ਜਾਂ ਇਹ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਹੁਣ ਬਰੈਂਪਟਨ ਦੇ ਵਿੱਚ ਇਨਫ ਹੌਸਪੀਟਲ ਹੈ ਨਹੀਂ, ਪਰ ਆਪਣੇ ਕੋਲ ਮੈਕਸੀਮਮ ਨੰਬਰ ਆਫ ਇਮੀਗ੍ਰੈਂਟਸ ਇੱਥੇ ਆ ਰਹੇ ਨੇ। ਇੱਥੇ ਆਪਾਂ ਨੂੰ ਐਟਲੀਸਟ 2 ਹੋਰ ਹੌਸਪੀਟਲਸ ਖੋਲ੍ਹਣ ਦੀ ਜ਼ਰੂਰਤ ਹੈ, ਕਿਉਂਕਿ ਆਪਣੀ ਉਹੀ ਡਿਮਾਂਡ ਸਪਲਾਈ ਦੀ ਪ੍ਰੋਬਲਮ ਹੈ। ਹੁਣ ਜਿਹੜੀ ਫੈਡਰਲ ਗਵਰਨਮੈਂਟ ਨੇ 4 ਬਿਲੀਅਨ ਦੀ ਫੰਡਿੰਗ ਅਨਾਊਂਸ ਕੀਤੀ ਆ, ਆਲਰੇਡੀ ਉਹ ਫੰਡਸ ਐਲੋਕੇਟ ਹੋ ਚੁੱਕੇ ਨੇ। ਜਿਹੜੇ ਆਪਣੇ ਮੈਂਬਰ ਪਾਰਲੀਮੈਂਟਸ ਨੇ, MPPs ਨੇ, ਉਹ ਆਲਰੇਡੀ ਆਪਣੇ ਕਮਿਊਨਿਟੀਜ਼ ਲਈ ਉਹਨਾਂ ਨੇ ਉਹ ਬਕਟਸ ਭਰ ਲਈਆਂ ਕਿ ਮੇਰੀ ਕਮਿਊਨਿਟੀ 'ਚ ਇੱਕ ਹੌਸਪੀਟਲ ਚਾਹੀਦਾ ਵਾ। ਡਰਮ ਰੀਜਨ 'ਚ ਆਲਰੇਡੀ ਇੱਕ ਹੌਸਪੀਟਲ ਅਨਾਊਂਸ ਹੋ ਗਿਆ, ਜਦ ਕਿ ਉੱਥੇ ਪਾਪੂਲੇਸ਼ਨ ਦੀ ਇਨਫਲਕਸ ਤੇ ਗਰੋਥ ਹੈ ਨਹੀਂ। ਕਿ ਆਪਣੇ ਪੀਲ 'ਚ ਹੋਇਆ ਨਹੀਂ ਹੋਇਆ, ਕਿਉਂ ਨਹੀਂ ਹੋਇਆ? ਆਈ ਥਿੰਕ ਆਪਣੇ ਜਿਹੜੇ ਲੋਕਲ ਪੋਲੀਟੀਸ਼ੀਅਨਸ ਨੇ ਉਹਨਾਂ ਨੂੰ ਉਹ ਆਨਸਰੇਬਲ ਰੋਲ ਨਹੀਂ ਹੈ ਉਸ ਤਰ੍ਹਾਂ। ਐਗਜ਼ੈਕਟਲੀ, ਉਹਨਾਂ ਨੂੰ ਥੋੜ੍ਹਾ ਐਕਟਿਵਲੀ ਪਾਰਟਿਸਿਪੇਟ ਕਰਨਾ ਜ਼ਰੂਰੀ ਆ, ਕਿਉਂਕਿ ਜਿਸ ਤਰੀਕੇ ਨਾਲ ਇਮੀਗ੍ਰੇਸ਼ਨ ਪਾਲਿਸੀ ਹੈ ਫੈਡਰਲ ਗਵਰਨਮੈਂਟ ਦੀ, ਇਮੀਗ੍ਰੇਸ਼ਨ ਤਾਂ ਵਧੀ ਜਾਣੀ ਆ, ਪਰ ਆਪਣੀ ਇਹ ਹੈਲਥ ਕੇਅਰ ਕ੍ਰਾਈਸਿਸ, ਸਪੈਸ਼ਲੀ ਡਿਮਾਂਡ ਸਪਲਾਈ ਵਾਲੀ ਜਿਹੜੀ ਪ੍ਰੋਬਲਮ ਆ, ਉਹ ਖਤਮ ਨਹੀਂ ਹੋਣੀ ਜਿੰਨੇ ਦੇਰ ਤੱਕ ਆਪਾਂ ਹੋਰ ਇਨਫਰਾਸਟਰਕਚਰ ਅਤੇ ਹੈਲਥ ਕੇਅਰ ਵਰਕਰਸ ਨਹੀਂ ਇਨਕਲੂਡ ਕਰਦੇ। ਆਈ ਥਿੰਕ ਥਰਡ ਐਂਡ ਮੋਰ ਪ੍ਰੈਕਟੀਕਲ ਸੋਲੂਸ਼ਨ ਇਜ਼ ਪ੍ਰਾਈਵੇਟਾਈਜੇਸ਼ਨ ਇਜ਼ ਨਾਟ ਅ ਬੈਡ ਥਿੰਗ। ਉਹਨੂੰ ਰੀਕਨਸੀਡਰ ਕਰਨ ਦੀ ਜ਼ਰੂਰਤ ਹੈ, ਓਪਨ ਮਾਈਂਡ ਨਾਲ ਸਮਝਣ ਦੀ ਜ਼ਰੂਰਤ ਹੈ। ਹੁਣ ਜਿਵੇਂ ਮੈਂ ਐਮਰਜੈਂਸੀ 'ਚ ਜਾ ਰਹੀ ਹਾਂ, ਜਦ ਕਿ ਮੈਂ ਕੋਈ ਹੋਰ ਐਵੇਨਿਊ ਯੂਜ਼ ਕਰ ਸਕਦੀ ਹਾਂ। ਅਗਰ ਮੇਰੀ ਨਾਨ ਐਮਰਜੈਂਟ ਸਿਚੁਏਸ਼ਨ ਹੈ ਦੈਨ ਲੈਟ ਮੀ ਪੇ ਆਊਟ ਆਫ ਮਾਈ ਪੋਕਟ। ਅਗਰ ਮੈਂ ਉਹ ਚੀਜ਼ ਨੂੰ ਯੂਟੀਲਾਈਜ਼ ਕਰਨਾ ਚਾਹੁੰਦੀ ਹਾਂ ਹੌਸਪੀਟਲ ਦੇ ਵਿੱਚ, ਤਾਂ ਲੈਟ ਮੀ ਕਵਰ ਮਾਈ ਕਾਸਟ। ਉਹਦੇ ਨਾਲ ਘੱਟੋ ਘੱਟ ਜਿਹੜਾ ਪਬਲਿਕਲੀ ਫੰਡਡ ਸਿਸਟਮ ਉਹਦਾ ਬਰਡਨ ਤਾਂ ਕੁਝ ਘਟੇਗਾ ਨਾ। ਐਗਜ਼ੈਕਟਲੀ। ਅਤੇ ਉਹ 'ਚ ਐਟਲੀਸਟ ਥੋੜ੍ਹੇ ਰਿਸੋਰਸਿਸ ਐਂਡ ਥੋੜ੍ਹੀ ਜਿਹੀ ਉਹ ਇੱਕ ਤਰ੍ਹਾਂ ਡੈਟਰੈਂਸ ਵੀ ਹੁੰਦੀ ਹੈ, ਇੱਕ ਤਰ੍ਹਾਂ ਉਹ ਸਟਿੱਕ ਵਾਲਾ ਕੰਮ ਵੀ ਕਰਦੀ ਹੈ ਵੀ ਫਿਰ ਲੋਕ ਸੀਰੀਅਸਲੀ ਲੈਣਗੇ। ਐਮਰਜੈਂਸੀ 'ਚ ਜਾਣਾ ਕੋਈ ਲੂਜ਼ਲੀ ਨਹੀਂ ਜਾਊਗਾ। ਮਤਲਬ ਹਰ ਇੱਕ ਦੀ ਸਿਚੁਏਸ਼ਨ ਆਈ ਕੈਨ ਅਪਰੀਸ਼ੀਏਟ ਕਿ ਹਰ ਇੱਕ ਨੂੰ ਆਪਣੀ ਪ੍ਰੋਬਲਮ, ਆਪਣੀ ਤਕਲੀਫ ਵੱਡੀ ਲੱਗਦੀ ਆ, ਬਟ ਸਮਟਾਈਮਸ ਥੋੜ੍ਹਾ ਜਿਹਾ ਰਿਫਲੈਕਟ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ ਵਾਕਈ ਇਹ ਕੰਡੀਸ਼ਨ। ਕੋਵਿਡ 'ਚ ਦੇਖਿਆ ਜੀ, ਕੋਵਿਡ 'ਚ ਨਹੀਂ ਸੀ ਜਾ ਰਹੇ ਲੋਕ, ਉਦੋਂ ਕਿਹੜੇ ਕੋਈ ਬੜਾ ਹੋਰ ਕ੍ਰਾਈਸਿਸ ਆ ਗਿਆ। ਸੋ ਦੈਟਸ ਦ ਸੈਕਿੰਡ ਥਿੰਗ। ਥਰਡ ਥਿੰਗ ਜੋ ਕਿ ਹੁਣ ਆਲਰੇਡੀ ਫੋਰਡ ਗਵਰਨਮੈਂਟ ਨੇ ਕੀਤਾ, ਉਹਨਾਂ ਨੇ ਜਿਹੜੇ ਪ੍ਰਾਈਵੇਟ ਕਲੀਨਿਕਸ ਸੋ ਕਾਲਡ ਸੀਗੇ, ਉਹਨਾਂ ਨੂੰ ਆਲਰੇਡੀ ਕਹਿ ਤਾ ਵੀ ਕੈਟਰੈਕਟ ਸਰਜਰੀਜ਼ ਦੀ 2-2.5 ਲੱਖ ਦੀ ਬੈਕਲੌਗ ਹੈ, ਉਹ ਤੁਸੀਂ ਕਰਨੀ ਸ਼ੁਰੂ ਕਰ ਦਿਓ। ਜੋ ਕਿ ਆਲਰੇਡੀ ਮੈਂ ਤੁਹਾਨੂੰ ਦੱਸਿਆ ਇੱਕ ਪ੍ਰਾਈਵੇਟ ਕਲੀਨਿਕ ਕਰ ਰਿਹਾ, ਆਲਮੋਸਟ 20 ਸਾਲਾਂ ਤੋਂ ਕਰ ਰਿਹਾ। ਸੋ ਇਹ ਤਾਂ ਚੀਜ਼ਾਂ ਆਲਰੇਡੀ ਹੈਗੀਆਂ ਨੇ, ਤਾਂ ਫਿਰ ਆਪਾਂ ਉਸ ਚੀਜ਼ ਨੂੰ ਲੈ ਕੇ ਕਿਉਂ ਰਿਲੈਕਟੈਂਟ ਆ? ਆਪਾਂ ਕਿਉਂ ਨਹੀਂ ਆਪਣੇ ਪੋਲੀਟੀਸ਼ੀਅਨਸ ਨੂੰ ਕਹਿੰਦੇ ਵੀ ਪ੍ਰਾਈਵੇਟਾਈਜੇਸ਼ਨ ਜੇ ਕਰਨੀ ਆ ਉਹਨੂੰ ਅੱਛੇ ਤਰੀਕੇ ਨਾਲ ਵੀ ਕੀਤਾ ਜਾ ਸਕਦਾ। ਉਹਨੂੰ ਰੈਗੂਲੇਟ ਕਰਨਾ ਤਾਂ ਸਰਕਾਰ ਦਾ ਕੰਮ ਹੈ, ਕਿਉਂਕਿ ਉਹਨਾਂ ਦੇ ਸਿਰ ਦੇ ਉੱਤੇ ਆਪਣੀਆਂ ਰੈਗੂਲੇਸ਼ਨ ਦਾ ਡੰਡਾ ਰੱਖੋ, ਬਿਲਕੁਲ, ਤਾਂ ਕਿ ਉਹ ਗਰੀਡ ਨਾ ਉਹਨਾਂ ਦੀ ਡੋਮੀਨੇਟ ਕਰੇ ਉੱਤੇ। ਬਹੁਤ ਸਿੰਪਲ ਚੀਜ਼ ਆ। ਹੁਣ MRI ਆਪਾਂ ਜੇ ਇੰਡੀਆ 'ਚ ਕਰਾਉਂਦੇ ਆ, ਕੋਈ MRI ਬੇਸਿਕ MRI ਐਬਡੋਮਨ ਦੀ ਕਰਾਉਣੀ ਆ, ਤਾਂ ਉਹ 10,000 ਰੁਪਇਆ ਹੈ, $200 ਇਕਵਿਵਲੈਂਟ। ਇੱਥੇ ਉਹ ਆਪਾਂ ਮੈਡੀਕਲ ਐਸੋਸੀਏਸ਼ਨ ਦਾ ਜੋ ਰੇਟ ਹੈ ਉਹ $800 ਜਾਂ $1,000 ਹੈ। ਇੰਨਾ ਪ੍ਰਾਈਸ ਡਿਫਰੈਂਸ ਕਿਉਂ? ਠੀਕ ਹੈ, ਆਪਾਂ ਮੰਨ ਸਕਦੇ ਹਾਂ ਕਿ ਜਿਹੜੇ ਟੈਕਨੀਸ਼ੀਅਨਸ ਨੇ ਉਹਨਾਂ ਦੀਆਂ ਪੇ ਰੇਟਸ ਜ਼ਿਆਦਾ ਨੇ, ਉੱਥੇ ਟੈਕਨੀਸ਼ੀਅਨਸ ਨੂੰ ਘੱਟ, ਲੇਬਰ ਦੀ ਕਾਸਟ ਉੱਥੇ ਘੱਟ ਹੈ,
ਤਾਂ ਫਿਰ ਆਪਾਂ ਉਹ ਵਰਕ ਪਰਮਿਟਸ ਉਹ ਜਿਹੇ ਕਿਉਂ ਨਹੀਂ ਇਸ਼ੂ ਕਰਾਉਂਦੇ ਜਿਹੜੇ ਪੈਰਾਮੈਡੀਕਲ ਸਟਾਫ ਨੇ ਹਜੇ ਐਲਾਈਡ ਹੈਲਥ ਪ੍ਰੋਫੈਸ਼ਨਲਸ ਨੇ, ਉੱਥੇ ਦੀਆਂ ਮਸ਼ੀਨਸ ਤੇ ਇੱਥੇ ਦੀਆਂ ਮਸ਼ੀਨਸ ਦਾ ਸੇਮ ਨੇ, ਫਰਕ ਥੋੜਾ ਹਾਂਜੀ ਕਿਉਂਕਿ ਇੰਡੀਆ ਦੇ ਵਿੱਚ ਤਾਂ ਜਾਂਦੀਆਂ ਸਾਰੀਆਂ ਸਵੀਡਿਸ਼ ਮਸ਼ੀਨਸ ਨੇ, ਹਾਂ। ਉੱਥੇ ਤਾਂ ਬਣਦੀਆਂ ਨਹੀਂ ਹਾਂ। ਹਨਾ। ਤੇ ਮਤਲਬ ਕਾਮਨ ਸੈਂਸ ਜਿਹੜੀਆਂ ਸੋਲੂਸ਼ਨਸ ਨੇ, ਹੁਣ ਇਹੋ ਜਿਹੇ ਵਰਕ ਪਰਮਿਟਸ ਜੇ ਇਸ਼ੂ ਕਰਨਗੇ ਤਾਂ ਇਹੋ ਜਿਹੀਆਂ ਜਿਹੜੀਆਂ ਬੇਸਿਕ ਚੀਜ਼ਾਂ ਦੀ ਜਿਹੜੀ ਸ਼ਾਰਟੇਜ ਆ ਉਹ ਪੂਰੀ ਕੀਤੀ ਜਾ ਸਕਦੀ ਆ। ਸੋ ਖੈਰ ਇਹ ਫਿਰ ਲੰਬੀ ਗੱਲ ਹੋ ਸਕਦੀ ਹੈ, ਪਰ ਮੇਨ ਗੱਲ ਹੈ ਕਿ ਓਪਨ ਮਾਈਂਡ ਨਾਲ ਜੇ ਇਸ ਪਾਸੇ ਨੂੰ ਨਾ ਤੁਰਿਆ ਗਿਆ ਅਤੇ ਔਰ ਇਹੀ ਇਸ ਕਿਸਮ ਦੇ ਕਦਮ ਸਰਕਾਰਾਂ ਨੇ ਨਾ ਉਠਾਏ ਅਤੇ ਫਿਰ ਇਹ ਸਿਸਟਮ ਕਈ ਵਾਰ ਡਰ ਲੱਗਦਾ ਕਿ ਆਪਣੇ ਆਪ ਜੇ ਇਹਦਾ ਕੁਦਰਤ ਨੇ ਹੱਲ ਕੱਢਣਾ ਹੋਏ ਕਿਤੇ ਇਹ ਨਾ ਹੋਏ ਕਿ ਕੋਲੈਪਸ ਹੀ ਕਰ ਜਾਏ। ਆਪਾਂ ਇਹਦਾ ਐਕਸਪੀਰੀਅੰਸ ਆਲਰੇਡੀ ਲੈ ਚੁੱਕੇ ਹਾਂ ਕੋਵਿਡ 'ਚ। ਅਨਫੋਰਚੂਨੇਟਲੀ ਹੈਲਥ ਕੇਅਰ ਵਾਜ਼ ਅ ਡਰਾਈਵਿੰਗ ਫੋਰਸ ਟੂ ਟੈਲ ਆਰ ਬਿਜ਼ਨਸਿਸ ਨਾਟ ਟੂ ਆਪਰੇਟ। ਆਪਾਂ ਆਪਣੇ ਪ੍ਰੋਵਿੰਸਸ ਨੂੰ ਸ਼ਟ ਡਾਊਨ ਤਾਂ ਕੀਤਾ ਸੀ ਕਿਉਂਕਿ ਆਪਣਾ ਹੈਲਥ ਕੇਅਰ ਰੋਬਸਟ ਇਨਫ ਨਹੀਂ ਸੀ। ਅਸੀਂ ਉਹਨਾਂ ਦਾ ਡਰ ਸੀ ਅਸੀਂ ਨਹੀਂ ਸੰਭਾਲ ਸਕਾਂਗੇ ਇੰਨੇ ਪੇਸ਼ੈਂਟ, ਇਸ ਕਰਕੇ ਬਿਜ਼ਨਸ ਬੰਦ ਕਰ ਦਿਓ। ਦੇਖੋ ਕਿੱਡੀ ਵੱਡੀ ਇਕੋਨਮੀ ਨੂੰ ਨੁਕਸਾਨ ਹੋਇਆ ਆਪਣਾ। ਸੋ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸ਼ਮੀਲ ਜੀ।